ਪਰਮ ਪਰਾਵਰ ਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਗੁਰੂ ਹਰਿਗੋਬਿੰਦ ਸੁਭ ਸਮਤ ਪ੍ਰਕਾਸ਼ਕ ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਦਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਗੁਰੂ ਬਚਨ ਪਾਲਿਓ ਨਹੀਂ ਸਿੰਘ ਮਨ ਕੋ ਨਹੀਂ ਮਾਰ ਗੁਰ ਬਚਨ ਸਿੰਘ ਕੀ ਬੇਨਤੀ ਲਾਜ ਤੋਹੇ ਨਿਰੰਕਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਵਰ ਕੇ ਸਮੀਪ ਜਬ ਆਵੈ ਮਨ ਪ੍ਰਸਨ ਤੇ ਬਾਕ ਸੁਨਾਵੈ ਤਬ ਤੁਮ ਬੂਝੋ ਦੇਹੋ ਸਮੁਝਾਏ ਸੁਖ ਜਤ ਪਿਖ ਤਕ ਨਾ ਉਪਠਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ ਚਵਰ ਤਖਤ ਛਤਰ ਸਿੰਘਾਸਣ ਦੇ ਮਾਲਿਕ ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਸੁੰਦਰ ਘੜੀਆਂ ਮਹਾਰਾਜ ਜੀਆਂ ਨੇ ਬਖਸ਼ੀਆਂ ਹਨ। ਆਪ ਸਰਬੱਤ ਸੰਗਤਾਂ
ਆਪਣੇ ਅਮੁੱਲਕ ਸਵਾਸ ਸਤਿਗੁਰਾਂ ਦੀ ਗੋਦ ਵਿੱਚ ਸਫਲ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਸਮਾਂ ਹੋਇਆ ਹੈ ਲੜੀਵਾਰ ਇਤਿਹਾਸ ਕਥਾ ਜੋ ਆਰੰਭ ਸਤਿਗੁਰਾਂ ਨੇ ਕਰਵਾਈ ਸੀ। ਸ੍ਰੀ ਅਕਾਲ ਤਖਤ ਸਾਹਿਬ ਜੀਆਂ ਦਾ ਸਿਰਜਣਾ ਦਿਵਸ ਦੇ ਸੰਬੰਧ ਦੇ ਵਿੱਚ ਜਿਸ ਤਰ੍ਹਾਂ ਆਪ ਜੀਆਂ ਨੇ ਪਿੱਛੇ ਪ੍ਰਸੰਗ ਸ਼ਰਵਣ ਕੀਤਾ ਸੀ, ਜਿਸ ਸਮੇਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਬਰ ਦਾ ਮੁਕਾਬਲਾ ਸਤਿਗੁਰ ਜੀ ਸਬਰ ਦੇ ਨਾਲ ਕਰਦੇ ਹਨ, ਹਜੂਰ ਆਪਣੀ ਸ਼ਹਾਦਤ ਦਿੰਦੇ ਹਨ। ਉਸ ਤੋਂ ਉਪਰੰਤ ਪੰਜ ਸਿੰਘ ਜਿਸ ਤਰ੍ਹਾਂ ਸਾਧ ਸੰਗਤ ਜੀ ਸਿੱਖ ਸਤਿਗੁਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਪਾਸ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੇ ਚੱਲ ਕੇ ਆਉਂਦੇ ਹਨ। ਸਤਿਗੁਰ ਜੀ ਉਸ ਸਮੇਂ ਬਾਬਾ ਬਿਧੀ ਚੰਦ ਜੀਆਂ ਨੂੰ ਕਹਿੰਦੇ ਹਨ, ਜੋ ਵੀ ਉੱਥੇ ਵਾਪਰਿਆ ਹੈ ਸਰਬੱਤ ਸੰਗਤਾਂ ਨੂੰ ਸੁਣਾਇਆ ਜਾਵੇ। ਉਹ ਸਾਰਾ ਪ੍ਰਸੰਗ ਬਾਬਾ ਬਿਧੀ ਚੰਦ ਜੀ ਜਿਸ ਤਰ੍ਹਾਂ ਸੰਗਤਾਂ ਵਿੱਚ ਸੁਣਾਇਆ ਹੈ, ਕਿਸ ਤਰ੍ਹਾਂ ਹਜੂਰ ਨੂੰ ਯਾਸਾਂ ਦੀਆਂ ਸਜਾਵਾਂ ਦਿੱਤੀਆਂ ਹਨ, ਕਿਸ ਤਰ੍ਹਾਂ ਹਜੂਰ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਹੈ। ਜਿਸ ਸਮੇਂ ਹਜੂਰ ਨੂੰ ਤਤੀ ਤਵੀ ਤੇ ਸਤਿਗੁਰ ਜੀ ਬਿਠਾਇਆ ਹੈ, ਹਜੂਰ ਦੇ ਪਿੰਨੀਆਂ ਵਾਲਾ ਮਾਸ ਸੜਿਆ ਹੈ, ਹੱਡੀਆਂ ਨਿਕਲ ਆਈਆਂ ਸੀ। ਸਤਿਗੁਰ ਦੀਆਂ ਤਲੀਆਂ ਵਿੱਚੋਂ ਸਤਿਗੁਰ ਜੀ ਮਾਸ ਦਾ ਕੋਈ ਵੀ ਅਕਸ਼ ਨਹੀਂ ਸੀ ਦਿਖਦਾ। ਐਸੀ ਉਸ ਚੰਦੂ ਨੇ ਹਜੂਰ ਨੂੰ ਯਾਸਾ ਦੀਆਂ ਸਜਾਵਾਂ ਦਿੱਤੀਆਂ ਹਨ, ਪਰ ਸਤਿਗੁਰ ਅਡੋਲ ਮੁਖ ਉਚਾਰਦੇ ਹਨ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਹਜੂਰ ਤਾਂ ਇੱਕ ਰਸ ਸਤਿਗੁਰ ਜੀ ਗੁਰਬਾਣੀ ਵਿੱਚ ਲੀਨ ਰਹੇ ਹਨ। ਇੱਕ ਸਮਾਂ ਐਸਾ ਆਇਆ ਸੀ ਸਤਿਗੁਰ ਜੀ ਜਦੋਂ ਚੰਦੂ ਪਾਪੀ ਨੇ ਸੀਸ ਤੇ ਤੱਤਾ ਰੇਤਾ ਪਾਇਆ ਸੀ, ਥੱਲੇ ਤੱਤੀ ਤਵੀ ਸੀ। ਸਤਿਗੁਰ ਜੀਆਂ ਤੇ ਸੀਸ ਤੇ ਤੱਤੇ ਰੇਤਾ ਨੇ ਅੱਗ ਨੇ ਵੀ ਮਹਾਰਾਜ ਜੀ ਅਸਰ ਨਾ ਸੀ ਕੀਤਾ। ਸਤਿਗੁਰ ਜੀਆਂ ਦੀ ਮੌਜ ਵਿੱਚ ਜਿਸ ਤਰ੍ਹਾਂ ਹਜੂਰ ਨੇ ਫਿਰ ਆਖਿਆ ਸੀ ਅੱਗ ਨੂੰ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਅੱਗ ਨੇ ਆਪਣਾ ਸੁਭਾਅ ਹੀ ਵਿਪਰੀਤ ਕਰ ਲਿਆ ਸੀ। ਅੱਗ ਸੀਤਲਤਾ ਹੀ ਦੇਣ ਲੱਗੀ ਸੀ ਸਤਿਗੁਰਾਂ ਨੂੰ। ਹਜੂਰ ਨੇ ਸੋਚਿਆ ਪਾਪੀ ਕਿਤੇ ਸ਼ਰਧਾ ਹੀ ਨਾ ਕਰ ਜਾਵੇ। ਹਜੂਰ ਨੇ ਆਪਣੇ ਸਾਧ ਸੰਗਤ ਜੀ ਤਨ ਤੇ ਜਿਸ ਤਰ੍ਹਾਂ ਫਲੂਹੇ ਬਣਦੇ ਹਨ ਫੁੱਲ ਫੁੱਲ ਕੇ, ਐਸੇ ਮਹਾਰਾਜ ਜੀਆਂ ਦੇ ਚਿੰਨ੍ਹ ਪ੍ਰਗਟ ਹੋਏ ਹਨ। ਫਿਰ ਜਿਸ ਤਰ੍ਹਾਂ ਹਜੂਰ ਦੀ ਸ਼ਹਾਦਤ ਹੋਈ ਸਰਬੱਤ ਸੰਗਤਾਂ ਵਿੱਚ ਬਾਬਾ ਬਿਧੀ ਚੰਦ ਜੀਆਂ ਨੇ ਸੁਣਾਈ ਹੈ। ਜਿਸ ਸਮੇਂ ਸ਼ਹਾਦਤ ਸੁਣੀ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧਰਮਵੀਰ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਹਜੂਰ ਦੇ ਸਾਧ ਸੰਗਤ ਜੀ 11 ਸਾਲ ਦੀ ਆਯੂ ਹੈ ਸਤਿਗੁਰਾਂ ਦੀ, ਡੌਲੇ ਫੜਕੇ ਹਨ। ਸਰਬੱਤ ਸਿੱਖ ਸੰਗਤਾਂ ਸਾਧ ਸੰਗਤ ਜੀ ਮਨ ਸਹਿਮ ਗਿਆ ਸੀ, ਡਰ ਪੈਦਾ ਹੋ ਗਿਆ ਸੀ ਹਿਰਦਾਂ ਦੇ ਵਿੱਚ, ਕਿਉਂਕਿ ਉਹ ਹਾਲਤ ਹੀ ਐਸੀ ਸੀ ਉਸ ਸਮੇਂ ਸਰਕਾਰ ਦੀ, ਕੋਈ ਖੜ ਨਾ ਸੀ ਸਕਦਾ। 11 ਸਾਲ ਦੀ ਆਯੂ ਵਿੱਚ ਸਤਿਗੁਰ ਨੇ ਪ੍ਰਤੱਗਿਆ ਕੀਤੀ ਸੀ, ਚੋਰ ਯਾਰ ਇਤਿਆਦਿਕ ਵੇਸ਼ਵਾ ਜਾਮੀ ਜਿੰਨੀਆਂ ਵੀ ਸਜ਼ਾਵਾਂ ਹਨ ਉਸ ਦੇ ਪਾਪ ਸਾਨੂੰ ਲੱਗਣ, ਜੇ ਉਸ ਪਾਪੀ ਚੰਦੂ ਦੀ ਨੱਕ ਵਿੱਚ ਨਕੇਲ ਨਾ ਪਾ ਦਈਏ। ਇਹ ਸਾਧ ਸੰਗਤ ਜੀ ਪ੍ਰਤੱਗਿਆ ਲੈਣੀ, ਕਿਉਂਕਿ ਉਹ ਸਮਾਂ ਐਸਾ ਹੈ ਜਹਾਂਗੀਰ ਬਾਦਸ਼ਾਹ ਦਾ ਸਮਾਂ ਹੈ। ਜੋ ਉਹ ਆਪਣੇ ਮੂੰਹ ਤੋਂ ਕਹਿ ਦਿੰਦਾ ਹੈ ਉਹ ਕਾਨੂੰਨ ਹੁੰਦਾ ਹੈ। ਜੇ ਜਹਾਂਗੀਰ ਕਹਿ ਦੇ ਮੌਤ ਤਾਂ ਮੌਤ, ਜੇ ਜਹਾਂਗੀਰ ਕਹਿ ਦੇ ਜ਼ਿੰਦਗੀ ਤਾਂ ਜ਼ਿੰਦਗੀ, ਕੋਈ ਸੁਣਵਾਈ ਨਹੀਂ। ਚੰਦੂ ਉਸ ਬਾਦਸ਼ਾਹ ਦਾ ਦੀਵਾਨ ਹੈ। ਅੱਜ ਦੇ ਸਾਧ ਸੰਗਤ ਜੀ ਪ੍ਰਾਈਮ ਮਿਨਿਸਟਰ ਜਿੰਨੀ ਉਹ ਪਾਵਰ ਰੱਖਦਾ ਹੈ, ਚੰਦੂ ਨੂੰ ਇਸ ਤਰ੍ਹਾਂ ਦੇ ਵਾਕ ਕਹਿਣੇ ਆਸਾਨ ਗੱਲ ਨਹੀਂ ਸੀ। ਕਮਜ਼ੋਰ ਦਿਲਾਂ ਵਾਲੇ ਉਸ ਸਮੇਂ ਡਰ ਗਏ ਸੀ ਮਸੰਦ, ਪਰ ਜਿਨ੍ਹਾਂ ਗੁਰਸਿੱਖਾਂ ਨੂੰ ਹਜੂਰ ਤੇ ਸ਼ਰਧਾ ਸੀ ਸਾਧ ਸੰਗਤ ਜੀ, ਗੁਰਸਿੱਖਾਂ ਦੇ ਛਾਤੀ ਚੌੜੀ ਹੋ ਗਈ, ਵੀਰ ਰਸ ਜਾਗਿਆ ਸੀ, ਠੰਡੇ ਹੋਏ ਖੂਨ ਨੇ ਉਬਾਲਾ ਖਾਦਾ ਸੀ। ਉਸ ਸਮੇਂ ਸਾਧ ਸੰਗਤ ਜੀ ਫਿਰ ਜਿਸ ਤਰ੍ਹਾਂ ਸਤਿਗੁਰਾਂ ਦੀ ਦਸਤਾਰਬੰਦੀ ਹੁੰਦੀ ਹੈ, ਆਪ ਜੀਆਂ ਨੇ ਕੱਲ੍ਹ ਉਹ ਪ੍ਰਸੰਗ ਸ਼ਰਵਣ ਕੀਤਾ ਸੀ। ਦੂਰੋਂ ਸੰਗਤਾਂ ਆ ਕੇ ਮਾਤਾ ਗੰਗਾ ਜੀਆਂ ਪਾਸ ਜਿਸ ਤਰ੍ਹਾਂ ਵਿਰਾਗ ਕਰਦੀਆਂ ਹਨ, ਮਾਤਾ ਜੀ ਸ਼ਬਦ ਦਾ ਉਪਦੇਸ਼ ਦੇ ਕੇ ਨਿਹਾਲ ਕਰਦੇ ਹਨ। ਸਾਹਿਬ ਮੇਰਾ ਨੀਤ ਨਵਾਂ,
ਗੁਰ ਸਿੱਖੋਸ ਹਜੂਰ ਤਾਂ ਨਿਤ ਹੀ ਨਵੇਂ ਹਨ। ਉਹ ਅਬਨਾਸੀ ਪੁਰਖ ਹੈ, ਨਾ ਆਵੈ ਨਾ ਜਾਏ। ਸਤਿਗੁਰ ਜੀ ਦੀ ਹਸਤੀ ਤਾਂ ਨਾਸ ਤੋਂ ਰਹਿਤ ਹੈ। ਉਹ ਤਾਂ ਆਪਣੀ ਮੌਜ ਵਿੱਚ ਆਉਂਦੇ ਹਨ, ਮੌਜ ਵਿੱਚ ਜਾਂਦੇ ਹਨ, ਸਦਾ ਥਿਰ ਰਹਿਣ ਵਾਲੇ ਹਨ। ਉਸ ਸਮੇਂ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਦੇ ਪ੍ਰਤੱਗਿਆ ਕੀਤੀ ਹੈ, ਬਾਬਾ ਬੁੱਢਾ ਜੀ, ਧੰਨ ਭਾਈ ਗੁਰਦਾਸ ਜੀ ਇਤਿਆਦਿਕ ਗੁਰਸਿੱਖਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਾਧ ਸੰਗਤ ਜੀ ਭੋਗ ਪਾਇਆ ਹੈ। ਉਹ ਵੀ ਜਿੱਥੇ ਸਾਧ ਸੰਗਤ ਜੀ ਕੋਠਾ ਸਾਹਿਬ ਵਾਲਾ ਅਸਥਾਨ ਹੈ, ਉੱਥੇ ਭੋਗ ਪਾਇਆ ਹੈ। ਹਜੂਰ ਨੇ ਸਰਬੱਤ ਸੰਗਤਾਂ ਨੂੰ ਵਧੇਰੇ ਖੁਸ਼ੀ ਦਿੱਤੀ ਹੈ ਜਦੋਂ ਦਸਤਾਰਬੰਦੀ ਹੋਣ ਲੱਗੀ। ਜਿਸ ਤਰ੍ਹਾਂ ਗੁਰੂ ਘਰ ਦੇ ਮਸੰਦ ਮਾਲਾ ਲੈ ਕੇ ਆਏ ਹਨ, ਇਤਿਆਦਿਕ ਸਾਧ ਸੰਗਤ ਜੀ ਸੇਲੀ ਇਤਿਆਦਿਕ ਜੋ ਚੌਂਕੀ ਹੁੰਦੀ ਸੀ, ਗੁਰਤਾ ਗੱਦੀ ਦੀਆਂ ਨਿਸ਼ਾਨੀਆਂ, ਉਹ ਲੈ ਕੇ ਆਏ ਹਨ। ਸਤਿਗੁਰ ਸਾਧ ਸੰਗਤ ਜੀ ਮੁਖ ਤੋਂ ਮੁਸਕਰਾ ਕੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਤਾਂ ਜਾਨੀ ਜਾਨ ਹੋ, ਤੁਹਾਨੂੰ ਤਾਂ ਪਤਾ ਹੈ ਬ੍ਰਹਮ ਗਿਆਨੀ ਹੋ ਤੁਸੀਂ। ਹਜੂਰ ਦਾ ਕੀ ਉਪਦੇਸ਼ ਹੈ? ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਉਪਦੇਸ਼ ਭੇਜਿਆ ਸੀ। ਜਿਸ ਸਮੇਂ ਹਜੂਰ ਸਾਧ ਸੰਗਤ ਜੀ ਸੱਚਖੰਡ ਗਮਨ ਕਰਨ ਲੱਗੇ ਸੀ, ਸਤਿਗੁਰਾਂ ਨੇ ਬਾਬਾ ਬਿਧੀ ਚੰਦ ਜੀ ਦੁਆਰਾ ਉਪਦੇਸ਼ ਭੇਜਿਆ ਸੀ, ਸਾਡੇ ਪੁੱਤਰ ਨੂੰ ਕਹਿਣਾ ਯਥਾਰਥ ਜਿੰਨੀ ਪਹੁੰਚ ਪੈਂਦੀ ਹੈ ਉਨੀ ਸੈਨਾ ਰੱਖਣੀ ਹੈ, ਤਖਤ ਤੇ ਹੁਣ ਸ੍ਰੀ ਸਾਹਿਬ ਧਾਰਨ ਕਰਕੇ ਬੈਠਣਾ ਹੈ। ਐਸੇ ਬਚਨ ਜਿਸ ਸਮੇਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਕਹੇ ਹਨ, ਬਾਬਾ ਬੁੱਢਾ ਸਾਹਿਬ ਜੀਆਂ ਨੇ ਹਜੂਰ ਦੀ ਆਗਿਆ ਵਿੱਚ ਸੀਸ ਝੁਕਾਇਆ ਹੈ। ਉਸ ਤੋਂ ਉਪਰੰਤ ਗੁਰੂ ਘਰ ਦੇ ਜੋ ਮਸੰਦ ਹਨ, ਮਾੜੇ ਦਿਲ ਵਾਲੇ ਸਨ, ਮਾਤਾ ਗੰਗਾ ਜੀ ਪਾਸ ਜਾ ਕੇ ਕਹਿੰਦੇ ਹਨ, ਮਾਤਾ ਗੰਗਾ ਜੀ ਹਜੂਰ ਦੀ ਆਯੂ ਬਾਲਕਾਂ ਵਾਲੀ ਹੈ। ਮਹਾਰਾਜ ਜੀਆਂ ਨੇ ਬੜੀ ਕਾਹਲੀ ਦੇ ਨਾਲ ਜਿਸ ਤਰ੍ਹਾਂ ਵੀਰ ਰਸ ਦੇ ਵਿੱਚ ਸੰਗਤਾਂ ਵਿੱਚ ਇਹ ਕਹਿ ਦਿੱਤਾ ਹੈ, ਅਸੀਂ ਉਸ ਪਾਪੀ ਚੰਦੂ ਦੀ ਨੱਕ ਵਿੱਚ ਨਕੇਲ ਪਾਵਾਂਗੇ। ਮਾਤਾ ਜੀ ਉਹ ਐਸਾ ਰਾਜ ਹੈ ਤੁਰਕਾਂ ਦਾ, ਤੇਜ ਪ੍ਰਤਾਪ ਦੇ ਸਹਿਤ ਸੂਰਜ ਉਦੇ ਤੇ ਅਸਤ ਉਹਨਾਂ ਦੇ ਰਾਜ ਵਿੱਚ ਹੁੰਦਾ ਹੈ। ਵੱਡੇ ਵੱਡੇ ਰਾਜੇ ਹੱਥ ਜੋੜ ਕੇ ਅੱਗੇ ਖੜਦੇ ਹਨ ਜਹਾਂਗੀਰ ਦੇ, ਫਿਰ ਵੀ ਮਨ ਦੇ ਵਿੱਚ ਉਹ ਸਹਿਮ ਡਰ ਰੱਖਦੇ ਹਨ। ਐਸਾ ਉਹ ਜ਼ੁਲਮੀ ਹੈ। ਆਪ ਜੀਆਂ ਦੇ ਸਾਹਿਬਜ਼ਾਦੇ ਨੇ ਮਾਤਾ ਜੀ ਐਸੀ ਪ੍ਰਤੱਗਿਆ ਕੀਤੀ ਹੈ, ਉਹ ਵੀ ਸੰਗਤ ਵਿੱਚ ਖੜ ਕੇ। ਕੀ ਬਣੇਗਾ ਜੇ ਚੰਦੂ ਨੂੰ ਇਸ ਗੱਲ ਦਾ ਪਤਾ ਲੱਗਾ? ਗੁਰੂ ਘਰ ਦੇ ਉੱਤੇ ਉਹ ਪਾਪੀ ਕਿਸ ਤਰ੍ਹਾਂ ਦੇ ਫਿਰ ਕਹਿਰ ਢਾਵੇਗਾ। ਆਪ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਬਾਬਤ ਕਹਿੰਦੇ ਹਨ, ਆਪਣੇ ਮਾਤਾ ਜੀ ਸਾਹਿਬਜ਼ਾਦੇ ਨੂੰ ਆਪ ਜੀ ਸਮਝਾਇਓ। ਉਸ ਤੋਂ ਅੱਗੇ ਜਿਸ ਤਰ੍ਹਾਂ ਪ੍ਰਸੰਗ ਆਉਂਦਾ ਹੈ, ਸਾਧ ਸੰਗਤ ਜੀ ਆਪਾਂ ਸ਼ਰਵਣ ਕਰਦੇ ਹਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੁਰ ਤੋਂ ਹੀ ਗੁਰੂ ਰੂਪ ਹੋ ਕੇ ਪ੍ਰਗਟੇ ਹਨ। ਜਿਸ ਸਮੇਂ ਧਰਤੀ ਨੇ ਪੁਕਾਰ ਕੀਤੀ ਹੈ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ। ਇਹ ਰਾਜੇ ਸੀ ਜੋ ਸਾਧ ਸੰਗਤ ਜੀ ਕਸਾਈ ਹੋ ਗਏ। ਜਿਸ ਸਮੇਂ ਧਰਮ ਮਾਨੋ ਕਿ ਖੰਭ ਲਾ ਕੇ ਉੱਡ ਗਿਆ, ਧਰਮ ਦੀ ਕਿਤੇ ਗੱਲ ਨਾ ਰਹੀ। ਜਿਹੜਾ ਕਲਯੁਗ ਦਾ ਸਮਾਂ ਹੈ, ਕਾਤੀ ਤਿੱਖੀ ਕਰਦ ਵਰਗਾ ਹੋ ਗਿਆ। ਕੂੜ ਅਮਾਵਸ ਸੱਤ ਚੰਦਰਮਾ, ਦੀਸੇ ਨਾਹੀ ਕਹਿ ਚੜਿਆ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਜਿੱਥੇ ਕਿਥੇ ਕੂੜ ਦੀ ਅਮੱਸਿਆ ਭਾਵ ਹਨੇਰਾ ਫੈਲ ਗਿਆ, ਸੱਚ ਦਾ ਚੰਦਰਮਾ ਸਾਧ ਸੰਗਤ ਜੀ ਕਿਤੇ ਵੀ ਨਹੀਂ ਸੀ ਦਿਸਦਾ ਚੜਿਆ ਹੋਇਆ। ਸਭ ਪ੍ਰਜਾ ਦਿਲ ਦੇ ਵਿੱਚ ਸਹਿਮ ਸੀ। ਛਤਰੀ ਆਪਣਾ ਛਤਰੀ ਧਰਮ ਛੱਡ ਚੁੱਕੇ ਸੀ। ਜਿਸ ਤਰ੍ਹਾਂ ਸਾਧ ਸੰਗਤ ਜੀ ਜੇ ਕੋਈ ਅੜਦਾ ਸੀ, ਉਹ 52 ਰਾਜੇ ਜਹਾਂਗੀਰ ਨੇ ਕੈਦ ਪਾਲੇ ਸੀ ਜੋ ਜਹਾਂਗੀਰ ਦੇ ਅੱਗੇ ਬੋਲਦੇ ਸੀ। ਇਹ ਤਾਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਬੰਦੀ ਛੋੜ ਦਾਤਾਰ ਪਿਤਾ ਜੀਆਂ ਨੇ। ਕੂੜ ਅਮਾਵਸ ਸੱਚ ਚੰਦਰਮਾ, ਦੀਸਾ ਨਾਹੀ ਕਹਿ ਚੜਿਆ। ਧਰਤੀ ਨੇ ਪੁਕਾਰ ਕੀਤੀ, ਮਹਾਰਾਜ ਜੀ ਧਰਤੀ ਤੇ ਪਾਪ ਦਾ ਪਸਾਰਾ ਵੱਧ ਗਿਆ ਹੈ। ਫਿਰ ਧੁਰ ਤੋਂ ਹੀ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਏ ਹਨ। ਕਬ ਕੱਲ ਸੋ ਜਸ ਗਾਵੋ ਗੁਰ ਨਾਨਕ, ਰਾਜ ਜੋਗ ਜਿਨ ਮਾਣਿਓ। ਜਿਨ੍ਹਾਂ ਸਤਿਗੁਰਾਂ ਨੇ ਰਾਜ ਜੋਗ ਮਾਣਿਆ ਹੈ, ਗੁਰ ਸਿੱਖਾਂ ਨੂੰ ਹਦਾਇਤ ਕੀਤੀ ਹੈ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਪਾਤਾਲ ਪੁਰੀ ਜੈਕਾਰ, ਧੁਨ ਕਬ ਜਨ ਕੱਲ ਵਖਾਣਿਓ। ਕਹਿੰਦੇ ਹਨ, ਹਰ ਨਾਮ ਰਸਕ ਨਾਨਕ ਗੁਰ, ਰਾਜ ਜੋਗ
ਤੈ ਮਾਣਿਓ। ਹਜੂਰ ਪਤਾਲਪੁਰੀ ਤੋਂ ਆਪ ਜੀ ਦੀਆਂ ਜੈ ਜੈਕਾਰ ਦੇ ਡੰਕੇ ਖੜਕ ਰਹੇ ਹਨ। ਆਪ ਜੀਆਂ ਨੇ ਰਾਜ ਤੇ ਜੋਗ ਮਾਣਿਆ ਹੈ। ਇਹ ਸਾਧ ਸੰਗਤ ਜੀ, ਇਸ ਦਿਵਸ ਨੂੰ ਸ਼ਸਤਰ ਧਾਰਨ ਦਿਵਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਬਾਜਾਂ ਵਾਲੇ ਪਿਤਾ ਜੀਆਂ ਦੇ ਬਚਨ ਹਨ, ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ। ਮਹਾਰਾਜ ਜੀ ਕਹਿੰਦੇ ਹਨ, ਕੱਲੀ ਕਿਰਪਾਨ ਧਾਰਨ ਦੇ ਨਾਲ ਕਰੋੜ ਪਾਪ ਦੂਰ ਹੋ ਜਾਂਦੇ ਹਨ। ਇਸੇ ਤਰ੍ਹਾਂ ਹਜੂਰ ਦੇ ਬਚਨ ਹਨ, ਕਿਰਪਾਨ ਪਾਣ ਜੇ ਜਪੈ ਅਨੰਤ ਥਾਟ ਤੇ ਥਪੈ। ਮਹਾਰਾਜ ਜੀ ਕਹਿੰਦੇ ਹਨ, ਜੋ ਕਿਰਪਾਨ ਦਾ ਜਾਪ ਕਰਦਾ ਹੈ, ਹਜੂਰ ਨੇ ਪ੍ਰਚੰਡ ਸ਼ਸਤਰ ਨਾਮ ਮਾਲਾ ਗੁਰਬਾਣੀ ਰਚੀ ਹੈ ਸਤਿਗੁਰਾਂ ਨੇ। ਹਜੂਰ ਕਹਿੰਦੇ ਹਨ, ਕੀਤੇ ਹੋਏ ਬੇਅੰਤ ਜਪਾਂ ਤਪਾਂ ਦਾ ਫਲ ਉਸ ਗੁਰਸਿੱਖ ਨੂੰ ਮਿਲਦਾ ਹੈ। ਉਸ ਬਾਣੀ ਵਿੱਚ ਹਜੂਰ ਫਰਮਾਉਂਦੇ ਹਨ, ਹੇ ਕਿਰਪਾਨ ਸੈਫ ਸਰੋਹੀ ਸਹਿਥੀ ਯਹ ਹਮਾਰੇ ਪੀਰ। ਸਤਿਗੁਰ ਜੀ ਕਹਿੰਦੇ ਹਨ, ਸੈਫ ਫਿਰ ਸਰੋਹੀ, ਇਹ ਸਾਧ ਸੰਗਤ ਜੀ ਕਿਰਪਾਨਾਂ ਦੇ ਨਾਮ ਹਨ। ਸਹਿਥੀ ਜਿੰਦੇ ਵਾਰ 100 ਜਿਹੜੀ ਮਰਜ਼ੀ ਦਿਸ਼ਾ ਤੋਂ ਕਰ ਦੋ ਸਲੋਤਰ। ਮਹਾਰਾਜ ਜੀ ਕਹਿੰਦੇ ਹਨ, ਯਹ ਹਮਾਰੇ ਪੀਰ, ਇਹ ਸਾਡੇ ਪੀਰ ਹਨ, ਗੁਰੂ ਹਨ ਸਾਡੇ। ਇਹ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸਾਏ ਹੋਏ ਆਦਰਸ਼ ਹਨ। ਤਬ ਇਮ ਭਣਿਓ ਗਰੀਬ ਨਿਵਾਜ, ਸ਼ਸਤਰਨ ਕੇ ਅਧੀਨ ਹੈ ਰਾਜ। ਧੁਨੰਗ ਸੰਗ ਸਾਰੇ ਪ੍ਰਭੂ ਜੀ ਸੁਨਾਈ, ਬਿਨਾ ਤੇਗ ਤੀਰੰਗ ਰਹਿ ਨਾਹੀ ਭਾਈ। ਮਹਾਰਾਜ ਜੀਆਂ ਨੇ ਉੱਚੀ ਆਵਾਜ਼ ਵਿੱਚ ਸਾਧ ਸੰਗਤ ਜੀ ਖਾਲਸੇ ਨੂੰ ਸੰਬੋਧਿਤ ਹੋ ਕੇ ਕਿਹਾ ਹੈ, ਬਿਨਾ ਤੇਗ ਤੀਰੰਗ, ਤੇਗ ਜੇ ਖਾਲਸੇ ਦੇ ਪਾਸ ਨਾ ਹੋਵੇ, ਰਹਿ ਨਾ ਹੈ ਭਾਈ, ਉਹ ਸਾਡਾ ਭਰਾ ਨਹੀਂ ਰਹੇਗਾ। ਇਸੇ ਤਰ੍ਹਾਂ ਹਜੂਰ ਨੇ ਕਿਹਾ ਹੈ, ਬਿਨਾ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ। ਬਿਨਾ ਸ਼ਸਤਰਾਂ ਤੇ ਕੇਸਾਂ ਤੋਂ ਨਰੰਗ ਜਿਹੜਾ ਮਨੁੱਖ ਹੈ, ਭੇਡ ਦੀ ਨਿਆਈ ਹੈ। ਜਿਵੇਂ ਸ਼ੇਰ ਦੇ ਸਾਧ ਸੰਗਤ ਜੀ, ਦਾੜ ਕੱਢ ਦਿੱਤੀ ਜਾਵੇ, ਨਹੁੰ ਕੱਢ ਦਿੱਤੇ ਜਾਣ, ਮੂੰਹ ਸਿਰ ਮੁੰਨ ਦਿੱਤਾ ਜਾਵੇ ਸ਼ੇਰ ਦਾ, ਇੰਨਾ ਉਹਦੇ ਵਿੱਚ ਰੋਹਬ ਨਹੀਂ ਰਹਿੰਦਾ। ਬੇਅੰਤ ਪ੍ਰਮਾਣ ਆਉਂਦੇ ਹਨ, ਜਿਸ ਤਰ੍ਹਾਂ ਆਪ ਜੀਆਂ ਨੇ ਅੱਗੇ ਵੀ ਸ਼ਰਵਣ ਕੀਤੇ ਸੀ। ਜਿਸ ਸਮੇਂ ਇੱਕ ਭੇਡ ਦਾ ਬੱਚਾ, ਸਾਧ ਸੰਗਤ ਜੀ ਆਜੜੀ ਭਾਵ ਵਾਹਿਗੁਰੂ ਸ਼ੇਰ ਦਾ ਬੱਚਾ ਆਜੜੀ ਆਪਣੇ ਨਾਲ ਛੋਟੇ ਹੁੰਦਿਆਂ ਨੂੰ ਚੁੱਕ ਕੇ ਲੈ ਜਾਂਦਾ ਹੈ, ਉਹਦੀ ਪਾਲਣਾ ਪੋਸ਼ਣਾ ਭੇਡਾਂ ਵਿੱਚ ਕਰਦਾ ਹੈ। ਜਿਸ ਸਮੇਂ ਉਹ ਵੱਡਾ ਹੁੰਦਾ ਹੈ, ਇੱਕ ਦਿਨ ਕੋਈ ਸ਼ੇਰ ਆ ਕੇ ਜਿਸ ਤਰ੍ਹਾਂ ਭੇਡਾਂ ਦੇ ਵੱਗ ਵਿੱਚ ਵੜ ਜਾਂਦਾ ਹੈ, ਸ਼ੇਰ ਦਹਾੜਦਾ ਹੈ, ਕੀ ਦੇਖਦਾ ਹੈ, ਭੇਡਾਂ ਦੇ ਵਿੱਚ ਇੱਕ ਹੋਰ ਸ਼ੇਰ ਭੱਜਾ ਜਾਂਦਾ ਹੈ। ਉਹ ਭੇਡਾਂ ਨੂੰ ਕੁਝ ਨਹੀਂ ਕਹਿੰਦਾ, ਸਿੱਧਾ ਜਾ ਕੇ ਉਹਦੇ ਤੇ ਝਪਟਾ ਮਾਰਦਾ ਹੈ, ਕਹਿੰਦਾ ਹੈ, ਤੂੰ ਭੇਡਾਂ ਵਿੱਚ ਕੀ ਕਰਦਾ ਹੈ, ਤੂੰ ਤਾਂ ਸ਼ੇਰ ਹੈ। ਉਹ ਅੱਗੋਂ ਕਹਿੰਦਾ, ਭਰਾਵਾ ਖਾਣਾ ਮੈਨੂੰ ਖਾਲਾ, ਮੈਂ ਤਾਂ ਭੇਡ ਹੀ ਹਾਂ। ਕਿਉਂਕਿ ਅੱਜ ਜੇ ਹਾਲਤ ਦੇਖੀ ਜਾਵੇ, ਭੇਡਾਂ ਵਿੱਚ ਰਲ ਕੇ ਮਾਣ ਮਹਿਸੂਸ ਕਰਦੇ ਹਨ, ਨੱਚਦੇ ਹੋਏ ਕਿ ਅਸੀਂ ਤਾਂ ਭੇਡਾਂ ਹਾਂ, ਮੂੰਹ ਸਿਰ ਮਨਾ ਕੇ। ਇਹ ਸਤਿਗੁਰ ਦੇ ਦਰਸਾਏ ਆਦਰਸ਼ ਨੇ। ਜਿਸ ਸਮੇਂ ਉਸ ਸ਼ੇਰ ਨੇ ਕਿਹਾ ਹੈ, ਤੂੰ ਸ਼ੇਰ ਹੈ, ਕਹਿੰਦਾ ਭਰਾਵਾ ਖਾਲਾ, ਮੈਂ ਤਾਂ ਭੇਡ ਹੀ ਹਾਂ। ਕਹਿੰਦਾ ਹੈ, ਦਹਾੜਨਾ ਆਉਂਦਾ ਹੀ ਨਹੀਂ ਸੀ। ਇਹ ਸਿੰਘ ਹੀ ਹਨ ਜਿਹੜੇ ਜਕਾਰੇ ਗਜਾਉਂਦੇ ਹਨ। ਕਿਸ ਤਰ੍ਹਾਂ ਦਹਾੜਦੇ ਹਨ। ਸੰਤ ਗਿਆਨੀ ਜਰਨੈਲ ਸਿੰਘ ਜੀ ਦੀ ਦਹਾੜ ਸੁਣ ਕੇ ਦਿੱਲੀ ਦਾ ਤਖਤ ਵੀ ਥੜ ਥੜ ਕੰਬਦਾ ਸੀ। ਇਹ ਸ਼ੇਰ ਦੀ ਦਹਾੜ ਹੁੰਦੀ ਹੈ। ਅਕਾਲੀ ਬਾਬਾ ਫੂਲਾ ਸਿੰਘ ਜੀ, ਸਾਧ ਸੰਗਤ ਜੀ ਜਰਨੈਲ ਹਰੀ ਸਿੰਘ ਨਲਵਾ, ਜਿੰਦੀ ਐਸੀ ਦਹਾੜ ਹੈ, ਦਰਾ ਖੈਬਰ ਦੀਆਂ ਪਹਾੜੀਆਂ ਵੀ ਕੰਬਦੀਆਂ ਹਨ ਜਿਨ੍ਹਾਂ ਦੀ ਦਹਾੜ ਤੋਂ। ਉਹ ਦਹਾੜ ਅੱਜ ਖਾਲਸੇ ਦੇ ਵਿੱਚੋਂ ਸਾਧ ਸੰਗਤ ਜੀ ਭੇਡਾਂ ਵਿੱਚ ਰਲ ਕੇ ਭੁੱਲਦੇ ਜਾ ਰਹੇ ਹਾਂ। ਜਿਸ ਸਮੇਂ ਉਹ ਸ਼ੇਰ ਦਹਾੜਿਆ, ਉਹਨੂੰ ਕਹਿੰਦਾ ਹੈ, ਇਸ ਤਰ੍ਹਾਂ ਦਹਾੜੀ ਦਾ ਹੈ, ਤੂੰ ਵੀ ਦਹਾੜ। ਜਦੋਂ ਉਹ ਦਹਾੜਿਆ, ਬੱਕਰੀਆਂ ਵਾਲਾ ਸ਼ੇਰ, ਪੱਤੇ ਡਿੱਗ ਪਏ ਰੁੱਖਾਂ ਤੋਂ, ਕਹਿੰਦਾ ਸੀ, ਮੈਂ ਤਾਂ ਭੁੱਲਿਆ ਫਿਰਦਾ ਸੀ, ਭੇਡਾਂ ਵਿੱਚ ਰਹਿ ਗਿਆ, ਮੈਂ ਤਾਂ ਸ਼ੇਰਾਂ। ਕਹਿੰਦਾ ਉਸ ਸਮੇਂ ਸਾਧ ਸੰਗਤ ਜੀ, ਅੱਜ ਲੋੜ ਹੈ ਸਾਨੂੰ ਸਤਿਗੁਰਾਂ ਦੀ ਦਹਾੜ ਸੁਣਨ ਦੀ। ਕਿਸ ਤਰ੍ਹਾਂ ਅੱਜ ਸਤਿਗੁਰ ਜੀ ਦਹਾੜਨਗੇ, ਆਪਾਂ ਦੇਖਾਂਗੇ। ਸਤਿਗੁਰਾਂ ਤੋਂ ਦਹਾੜ ਸਿੱਖਣ ਦੀ ਲੋੜ ਹੈ। ਫਿਰ ਗੁਰਸਿੱਖਾਂ ਨੂੰ ਪਤਾ ਲੱਗਦਾ ਹੈ, ਸੰਸਾਰੀ ਸੁੱਖ ਤਾਂ ਤੁਛ ਹਨ, ਕੇਸ ਮੂੰਹ ਤੋਂ ਮਨਾਉਣੇ, ਸੋਹਣਾ ਬੰਨਾ ਇਹ ਤਾਂ ਤੁਛ ਹੈ। ਸਾਬਤ ਸੂਰਤ ਹਜੂਰ ਦਾ ਦਿੱਤਾ ਹੋਇਆ ਸਰੂਪ ਹੈ। ਹਜੂਰ ਨੇ ਕਿਹਾ ਹੈ, ਗਲ ਦੇ ਵਿੱਚ ਸ਼ਸਤਰ ਹੋਵੇ, ਖਾਲਸਾ ਮੇਰੋ ਰੂਪ ਹੈ ਖਾਸ। ਇਹ ਸਾਧ ਸੰਗਤ ਜੀ, ਸਤਿਗੁਰਾਂ ਨੇ ਆਪਣਾ ਰੂਪ ਹੀ ਬਖਸ਼ ਦਿੱਤਾ ਹੈ ਖਾਲਸੇ ਨੂੰ।
ਉਸ ਸਮੇਂ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਦੇ ਬਚਨ ਹਨ, ਬਿਨਾ ਸ਼ਸਤਰ ਕੇਸੰ ਨਰੰਗ ਭੇਡ ਜਾਨੋ, ਗਹਿ ਕਾਨ ਤਾਕੂ ਕਿਤੈ ਲੈ ਸਿਧਾਨੋ। ਜਿੱਦਾਂ ਭੇਡ ਨੂੰ ਕੰਨ ਤੋਂ ਫੜ ਕੇ ਕਿਤੇ ਵੀ ਕੋਈ ਲੈ ਜਾ ਸਕਦਾ ਹੈ, ਇਸ ਤਰ੍ਹਾਂ ਸ਼ੇਰ ਨੂੰ ਨਹੀਂ ਲੈ ਕੇ ਜਾਇਆ ਜਾ ਸਕਦਾ। ਅੱਜ ਜੇ ਸਾਧ ਸੰਗਤ ਜੀ ਸਾਡੀ ਮਾੜੀ ਹਾਲਤ ਹੋ ਗਈ ਹੈ, ਗਲ ਦੇ ਵਿੱਚ ਕੋਈ ਸ਼ਸਤਰ ਨਹੀਂ ਹੈ, ਇਹ ਸਰਕਾਰਾਂ ਸਾਧ ਸੰਗਤ ਜੀ ਇਹ ਤਾਂ ਪਹਿਲਾਂ ਹੀ ਚਾਹੁੰਦੀਆਂ ਹਨ ਕਿ ਸ਼ਸਤਰ ਇਹਨਾਂ ਤੋਂ ਖੋਹ ਲਿੱਤੇ ਜਾਣ। ਮਹਾਰਾਜ ਜੀਆਂ ਦੇ ਆਦਰਸ਼ ਹਨ, ਇੱਕ ਤਾਂ ਸ਼ਸਤਰ ਖੋਲੇ ਹਨ, ਉਤੋਂ ਸ਼ੇਰ ਵਾਲਾ ਰੋਬ ਵੀ ਨਹੀਂ ਰਿਹਾ, ਮੁਖ ਤੇ ਕੇਸ ਦਾੜਾ। ਇਹ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਹਨ, ਗਹਿ ਕਾਨ ਤਾਕੋ। ਗਹਿ ਤੋਂ ਭਾਵ ਹੁੰਦਾ ਹੈ ਪਕੜਨਾ, ਭੇਡ ਦੇ ਕੰਨ ਤੋਂ ਪਕੜ ਕੇ ਕੋਈ ਵੀ ਕਿਤੇ ਲੈ ਜਾਂਦਾ ਹੈ, ਸ਼ੇਰ ਨੂੰ ਨਹੀਂ ਕੋਈ ਲਿਜਾ ਸਕਦਾ। ਮਹਾਰਾਜ ਜੀ ਕਹਿੰਦੇ ਹਨ, ਆਪਣੇ ਆਪ ਵਿੱਚ ਭੇਡ ਤੇ ਬੱਕਰੀ ਪੁੜਾ ਛੱਡ ਕੇ ਸ਼ੇਰ ਬਣੋ, ਕਿਉਂਕਿ ਸ਼ੇਰ ਸਾਧ ਸੰਗਤ ਜੀ ਜੰਗਲ ਦਾ ਰਾਜਾ ਹੁੰਦਾ ਹੈ। ਰਾਜ ਜੋਗ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਬਖਸ਼ਿਆ ਹੈ, ਉਸ ਤੋਂ ਅੱਗੇ ਹਜੂਰ ਦੇ ਬਚਨ ਹਨ, ਜਬ ਹਮਰੇ ਦਰਸ਼ਨ ਕੋ ਆਵੋ, ਬਣ ਸੁਚੇਤ ਤਨ ਸ਼ਸਤਰ ਸਜਾਵੋ। ਆਗਿਆ ਕਰ ਦਿੱਤੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ। ਹਜੂਰ ਆਪ ਵੀ ਸ਼ਸਤਰਾਂ ਦੇ ਸਮੇਤ ਤਖਤ ਤੇ ਸੱਜ ਬੈਠੇ ਹਨ। ਗੁਰਸਿੱਖਾਂ ਨੂੰ ਆਗਿਆ ਕੀਤੀ ਹੈ, ਗੁਰਸਿੱਖੋ ਜਦੋਂ ਸਾਡੇ ਦਰਸ਼ਨਾਂ ਵਾਸਤੇ ਆਉਣਾ, ਸੁਚੇਤ ਬਣ ਕੇ ਮਨ ਵੀ ਸੁਚੇਤ ਰੱਖਣਾ ਹੈ, ਇੱਧਰ ਉੱਧਰ ਭਾਵ ਡੋਲਣਾ ਨਹੀਂ, ਤੇ ਤਣ ਦੇ ਉੱਪਰ ਸ਼ਸਤਰ ਸਜਾ ਕੇ ਆਉਣੇ ਹਨ। ਖਾਲਸਾ ਸੋ ਜੋ ਸ਼ਸਤਰ ਕੋ ਧਾਰੇ। ਮਹਾਰਾਜ ਜੀ ਕਹਿੰਦੇ ਹਨ, ਉਹੀ ਖਾਲਸਾ ਨਿਰਮਲ ਪਿਓਰ ਹੈ ਜੋ ਸ਼ਸਤਰਾਂ ਨੂੰ ਧਾਰਦਾ ਹੈ। ਖਾਲਸਾ ਸੋ ਜੋ ਦੁਸ਼ਟ ਕੋ ਮਾਰੇ, ਦੁਸ਼ਟਾਂ ਦਾ ਨਾਸ਼ ਕਰ ਦੇਣ ਵਾਲਾ ਖਾਲਸਾ ਹੈ। ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਨਿਤ ਦੀ ਜੰਗ ਜਿੱਥੇ ਬਾਰਦੀ ਹੈ ਸਾਧ ਸੰਗਤ ਜੀ, ਸਦਾ ਹੀ ਗੁਰਸਿੱਖ ਦੀ ਧਾਰੇ ਹੋਏ ਸ਼ਸਤਰ ਜ਼ਬਰ ਦੇ ਖਿਲਾਫ ਉੱਠਦੇ ਹਨ। ਸਦਾ ਹੀ ਸ਼ਸਤਰਾਂ ਦੇ ਵਿੱਚੋਂ ਸ਼ਾਂਤੀ ਨਿਕਲਦੀ ਹੈ। ਜਿਸ ਤਰ੍ਹਾਂ ਬਚਨ ਯਾਦ ਆਉਂਦਾ ਹੈ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਨੂੰ ਕਹਿੰਦੇ ਸੀ, ਤੁਸੀਂ ਇੰਨੇ ਸ਼ਸਤਰ ਕਿਉਂ ਰੱਖੇ ਹਨ? ਇਹ ਤਾਂ ਅਖੰਡਤਾ ਦਾ ਪ੍ਰਤੀਕ ਹੈ, ਦੇਸ਼ ਦੇ ਵਿੱਚ ਇਹ ਸ਼ਾਂਤੀ ਨਹੀਂ ਆਉਣ ਦੇਣਗੇ। ਸੰਤਾਂ ਨੇ ਕਿਹਾ ਸੀ, ਜਿੰਨੇ ਬਾਰਡਰ ਤੇ ਸ਼ਸਤਰ ਲਾਏ ਹਨ ਉਹ ਚੱਕ ਲਵੋ, ਪਤਾ ਲੱਗ ਜਾਵੇਗਾ ਚਾਈਨਾ ਤੇ ਪਾਕਿਸਤਾਨ ਤੁਹਾਨੂੰ ਕਿਹੜੀ ਸ਼ਾਂਤੀ ਦਿੰਦਾ ਹੈ। ਇਹ ਤਾਂ ਸਾਧ ਸੰਗਤ ਜੀ ਕਮਜ਼ੋਰ ਗੱਲਾਂ ਕਰਦੇ ਹਨ, ਆਪਣੀ ਵੀ ਕਮਜ਼ੋਰੀ ਹੈ। ਆ ਜੋ ਸਰਕਾਰਾਂ ਦੱਸਦੀਆਂ ਹਨ ਕਿਹੜੇ ਸ਼ਸਤਰ ਧਾਰਨ ਕਰਨੇ ਹਨ ਕਿਹੜੇ ਨਹੀਂ, ਇਹ ਤਾਂ ਸਾਧ ਸੰਗਤ ਜੀ ਸਾਨੂੰ ਹਜੂਰ ਦਾ ਉਪਦੇਸ਼ ਹੈ ਕਿ ਸ਼ਸਤਰਾਂ ਤੋਂ ਬਿਨਾਂ ਸਾਡੇ ਦਰਸ਼ਨਾਂ ਵਾਸਤੇ ਨਹੀਂ ਆਉਣਾ। ਕੱਲ ਜਿਸ ਤਰ੍ਹਾਂ ਹਜੂਰ ਨੇ ਕਿਹਾ ਸੀ, ਅਸੀਂ ਹੁਣ ਤਖਤ ਤੇ ਮਾਲਾ ਨਹੀਂ ਸ਼ਸਤਰ ਲੈ ਕੇ ਬੈਠਾਂਗੇ। ਜਿਸ ਤਰ੍ਹਾਂ ਅੱਗੇ ਮਸੰਦ ਮਾਤਾ ਜੀਆਂ ਨੂੰ ਆ ਕੇ ਕਿਹਾ ਹੈ, ਅੱਗੇ ਪ੍ਰਸੰਗ ਸ਼ਰਵਣ ਕਰਦੇ ਹਾਂ। ਸਤਿਗੁਰ ਜੀ ਕਿਰਪਾ ਕਰਨ, ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਜੀਆਂ ਦੀ ਹਜੂਰ ਫਿਰ ਰਚਨਾ ਕਰਦੇ ਹਨ, ਉਹ ਵਾਲਾ ਪ੍ਰਸੰਗ ਆ ਰਿਹਾ ਹੈ। ਮਨ ਚਿਤ ਬਿਰਤੀਆਂ ਕਾਗਰ ਕਰਕੇ ਸੱਚੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਵਰ ਕੇ ਸਮੀਪ ਜਬ ਜਾਵੈ। ਮਸੰਦ ਕਹਿੰਦੇ ਹਨ ਮਾਤਾ ਜੀ, ਜਦੋਂ ਰਾਵਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਆਪ ਪਾਸ ਜਾਵੋਗੇ, ਮਨ ਪ੍ਰਸੰਨ ਤੇ ਬਾਕ ਸੁਣਾਵੈ। ਉਸ ਸਮੇਂ ਮਾਤਾ ਜੀ ਹਜੂਰ ਨੂੰ ਇਹ ਵਾਕ ਸੁਣਾਉਣੇ ਸਾਡੇ ਕਹੇ ਹੋਏ। ਤਬ ਤੁਮ ਬੂਝੋ ਦੇਹੁ ਸਮਝਾਏ। ਉਦੋਂ ਮਾਤਾ ਜੀ ਤੁਸੀਂ ਹਜੂਰ ਨੂੰ ਸਮਝਾਉਣਾ ਕਰਨਾ। ਇਹ ਸਮਝਦੇ ਹਨ ਸਤਿਗੁਰਾਂ ਦੀ ਹਜੇ ਬਾਲਕਾਂ ਵਾਲੀ 11 ਸਾਲ ਦੀ ਆਯੂ ਹਨ। ਸਭ ਜਗਤ ਦੇ ਪਿਤਾ ਸਰੂਪ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ ਸ਼ਰਧਾ ਦੇ ਨਾ ਪਾਸ ਨੇਤਰ ਹੀ ਨਹੀਂ ਹਨ। ਸੁਖ ਜੋਤ ਥਿਤ ਨਾ ਉਪਾਦ ਉਠਾਏ। ਮਾਤਾ ਜੀਆਂ ਨੂੰ ਕਹਿੰਦੇ ਹਨ ਹਜੂਰ ਨੂੰ ਸਮਝਾਉਣਾ, ਸੁਖੀ ਸਾਂਧੀ ਭਾਵ ਤਖਤ ਤੇ ਬਰਾਜਣ, ਕੋਈ ਉਪਾਦ ਝਗੜਾ ਨਾ ਛੇੜ ਲੈਣ ਸਤਿਗੁਰ ਜੀ। ਦੇਖੋ ਸ਼੍ਰੀ ਅਰਜਨ ਕੀ ਗਾਥਾ। ਮਾਤਾ ਜੀ ਤੁਸੀਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਗਾਥਾ ਦੇਖੋ। ਹਾਂਜੀ, ਚਲਿਓ ਨਾ ਬਸ ਹੁਕਮ ਕੇ ਸਾਥਾ। ਇਹ ਇੰਨੇ ਜ਼ਾਲਮ ਹਨ, ਇਹ ਸਾਧ ਸੰਗਤ ਜੀ ਮਾੜਾ ਰਿਦਾ ਹੀ ਕਹਿ ਸਕਦਾ ਹੈ ਜਿਹਨੂੰ ਹਜੂਰ ਤੇ ਸ਼ਰਧਾ ਨਹੀਂ। ਕਹਿੰਦੇ ਹਨ ਹਜੂਰ ਦਾ ਵੀ ਅੱਗੇ ਵਸ ਨਹੀਂ ਚੱਲਿਆ।
ਐਸੇ ਖੋਟੇ ਬਚਨ ਕਰਦੇ ਹਨ ਮਸੰਦ। ਪ੍ਰਥਮ ਗੁਰਨ ਕੀ ਰੀਤ ਸੰਭਾਰੂ। ਪ੍ਰਥਮ ਵਾਲੀ ਇਹਨਾਂ ਨੂੰ ਕਹਿਣਾ ਜਿੱਦਾਂ 5 ਪਾਤਸ਼ਾਹੀਆਂ, 5 ਪਿਆਲੇ, 5 ਪੀਰ, 5 ਸਬਰ, ਸੰਤੋਖ, ਦਇਆ, ਧਰਮ ਇਤਿਆਦਿਕ ਪਿਆਲੇ ਪੀਤੇ ਹਨ, ਉਹ ਰੀਤ ਨੂੰ ਸੰਭਾਲਣਾ ਕਰਨ ਸਤਿਗੁਰ ਜੀ ਵੀ। ਆਪਣੇ ਸੇਵਕ ਸਿੱਖ ਉਦਾਰੂ। ਤੇ ਸਿੱਖ ਸੇਵਕਾਂ ਦਾ ਉਧਾਰ ਕਰਨ ਸਤਿਗੁਰ ਜੀ। ਦੋਹਰਾ ਸੁਣ ਸ੍ਰੀ ਗੰਗਾ ਨੇ ਕਹਿਓ, ਕਹਿਣ ਬਣੇ ਤਿਨ ਸਾਥ। ਉਸ ਸਮੇਂ ਮਾਤਾ ਗੰਗਾ ਜੀਆਂ ਨੇ ਜਿਸ ਸਮੇਂ ਮਸੰਦਾਂ ਦੇ ਬਚਨ ਸੁਣੇ ਹਨ, ਮਾਤਾ ਜੀਆਂ ਨੇ ਕਿਹਾ ਮੈਂ ਤੁਹਾਡੀ ਜੋ ਅਰਦਾਸ ਹੈ ਸਤਿਗੁਰਾਂ ਦੇ ਅੱਗੇ ਕਹਿ ਦਵਾਂਗੀ। ਕਰਾਮਾਤ ਸਾਹਿਬ ਬਲੀ ਅਬਰ ਨ ਬਸ ਕੀ ਗਾਥ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਾਮਾਤ ਤੇ ਭਾਰੀ ਬਲੀ ਸੂਰਮੇ ਹਨ ਸਤਿਗੁਰ ਜੀ। ਕਿਸੇ ਦੇ ਵੱਸ ਦੀ ਗੱਲ ਨਹੀਂ, ਸਤਿਗੁਰਾਂ ਵੱਲ ਅੱਖ ਪੱਟ ਕੇ ਵੀ ਵੇਖ ਲਵੇ। ਸੋ ਮੈਂ ਬੂਝਣ ਕਰ ਪਲੇ ਮ੍ਰਿਦਤਾ ਜੁਤ ਸਮੁਜਾਏ। ਫਿਰ ਵੀ ਮੈਂ ਮਿੱਠੇ ਬਚਨਾਂ ਦੇ ਨਾਲ ਸਤਿਗੁਰਾਂ ਨੂੰ ਕਹਿਣਾ ਕਰਾਂਗੀ ਜੋ ਆਪ ਜੀਆਂ ਦੀ ਅਰਦਾਸ ਹੈ। ਬਰਜੋ ਬਰਜੇ ਜੇ ਰਹੇ ਬਰਜੇ ਮਨ ਮੇ ਆਏ। ਜੇ ਬਰਜਾਂਗੀ ਉਹਨਾਂ ਨੂੰ, ਜੇ ਸਤਿਗੁਰਾਂ ਦੇ ਭਲਾ ਮਨ ਵਿੱਚ ਆ ਜਾਣ, ਫਿਰ ਸ਼ਾਇਦ ਸਤਿਗੁਰ ਜੀ ਰੁਕ ਸਕਦੇ ਹਨ। ਸੁਣ ਮਸੰਦ ਠਾਂਡੇ ਪਏ ਮਸਤਕ ਟੇਕ ਸਿਧਾਏ। ਐਸੇ ਸਾਧ ਸੰਗਤ ਜੀ ਮਾਤਾ ਜੀਆਂ ਦੇ ਬਚਨ ਸੁਣ ਕੇ ਮਸੰਦ ਮਾਤਾ ਜੀਆਂ ਨੂੰ ਨਮਸਕਾਰ ਕਰਕੇ ਖੜੇ ਹੋ ਗਏ ਹਨ। ਸ੍ਰੀ ਗੰਗਾ ਚਿਤਵਿਤ ਗੁਰਨ ਦ੍ਰਿਗ ਜਲ ਚਲ ਕਿਉ ਆਏ। ਫਿਰ ਵੀ ਮਾਤਾ ਜੀਆਂ ਦੇ ਨੇਤਰਾਂ ਚੋਂ ਵਿਰਾਗ ਤੇ ਪ੍ਰੇਮ ਦੇ ਹੰਝੂ ਵਹਿੰਦੇ ਹਨ, ਕਿਉਂਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸ਼ਹਾਦਤ ਹਜੂਰ ਨੂੰ ਮਾਤਾ ਜੀ ਯਾਦ ਕਰਦੇ ਹਨ। ਦੋਹਰਾ ਵਹਿਰ ਆਨੰਦ ਬਿਲੰਦ ਕਰ ਸ੍ਰੀ ਹਰਗੋਬਿੰਦ ਚੰਦ। ਫਿਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਆਨੰਦ ਮੰਗਲ ਕਰਕੇ ਚੰਦ ਸਾਧ ਸੰਗਤ ਜੀ ਠੰਡਤਾ ਦੇਣ ਵਾਲੇ ਹਜੂਰ ਐਸੇ ਸਤਿਗੁਰ ਜੀ। ਸੁੰਦਰ ਮੰਦਰ ਕੋ ਗਏ ਮੁਖ ਮਨਿੰਦ ਅਰਬਿੰਦ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਜਿੱਥੇ ਸਤਿਗੁਰਾਂ ਦਾ ਘਰ ਹੈ, ਉਸ ਸਥਾਨ ਤੇ ਸਤਿਗੁਰ ਜੀ ਗਏ ਹਨ, ਜਿਨ੍ਹਾਂ ਦੇ ਕਵੀ ਜੀ ਲਿਖਦੇ ਹਨ ਮੁਖੜਾ ਕਮਲ ਦੇ ਫੁੱਲ ਵਰਗਾ ਖਿੜਿਆ ਹੈ। ਚਾ ਪਈ ਜਨਨੀ ਕੋ ਪਿਖ ਮਸਤਕ ਟੇਕਾ। ਹਜੂਰ ਮਰਿਆਦਾ ਪੁਰਸ਼ੋਤਮ ਹਨ। ਮਾਤ ਗੰਗਾ ਜੀਆਂ ਨੂੰ ਤੱਕਦਿਆਂ ਹੋਇਆਂ ਸਤਿਗੁਰਾਂ ਨੇ ਨਮਸਕਾਰ ਕੀਤੀ ਹੈ। ਨਿਕਟ ਬੈਠ ਕੇ ਜਲਪ ਵਿਵੇਕਾ। ਨਿਕਟ ਬੈਠ ਗਏ ਹਨ ਜਲਦ ਵਿਵੇਕਾ, ਜਿਨ੍ਹਾਂ ਸਤਿਗੁਰਾਂ ਦਾ ਗਿਆਨ ਸਾਗਰ ਵਾਂਗੂ ਵਿਸ਼ਾਲ ਹੈ। ਸਤਿਗੁਰ ਜੀ ਗੁਰਸਿੱਖਾਂ ਦੀ ਝੋਲੀ ਵਿੱਚ ਨਾਮ ਦਾ ਦਾਨ ਬਖਸ਼ਦੇ ਹਨ। ਕਰ ਦੁਲਾਰ ਗੰਗਾ ਕਰ ਫੇਰਾ। ਧੰਨ ਮਾਤਾ ਗੰਗਾ ਜੀ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨਾਲ ਦੁਲਾਰ ਲਾਡ ਕਰਦੇ ਹਨ। ਆਪਣਾ ਕਰ ਹੱਥ ਮਾਤਾ ਜੀ ਹਜੂਰ ਦੇ ਮੁਖ ਤੇ ਫੇਰਦੇ ਹਨ। ਹਿਰਦੇ ਸਨੇਹ ਅਛੇ ਵਡੇਰਾ। ਮਾਤਾ ਜੀਆਂ ਦੇ ਹਿਰਦੇ ਵਿੱਚ ਪ੍ਰੇਮ ਉਛਾਲੇ ਮਾਰ ਰਿਹਾ ਹੈ। ਹੇ ਸੁਤ ਅਬ ਅਲੰਬ ਸਭ ਕਰੇ। ਮਾਤਾ ਜੀ ਕਹਿੰਦੇ ਹਨ, ਹੇ ਪੁੱਤਰ ਜੀ ਤੁਸੀਂ ਸਭ ਦਾ ਆਸਰਾ ਹੋ ਸੰਸਾਰ ਦਾ। ਧਰਤੀ ਮਹਾਰਾਜ ਜੀ ਆਪ ਜੀਆਂ ਦੇ ਆਸਰੇ ਖਲੋਤੀ ਹੈ। ਸਿੱਖ ਸੰਗਤ ਹਮ ਤੁਮ ਦਿਸ਼ਹਿਰੇ। ਸਰਬੱਤ ਸਿੱਖ ਸੰਗਤਾਂ ਕਹਿੰਦੀ ਮਾਤਾ ਜੀ ਆਖਦੇ ਹਨ ਤੁਹਾਡੇ ਤਰਫ ਪੁੱਤਰ ਜੀ ਤੱਕਦੀਆਂ ਹਨ, ਤੁਹਾਡਾ ਹੀ ਚਰਨਾ ਕਮਲਾਂ ਦਾ ਆਸਰਾ ਹੈ। ਨਹੀਂ ਆਪ ਗਰ ਸੇਲੀ ਮੇਲੀ। ਪੁੱਤਰ ਜੀ ਆਪ ਜੀਆਂ ਨੇ ਕੱਲ ਜਿਸ ਤਰ੍ਹਾਂ ਮਾਤਾ ਜੀਆਂ ਦੇ ਬਚਨ ਸਨ, ਵਾਹਿਗੁਰੂ ਮਾਤਾ ਜੀਆਂ ਨੂੰ ਮਸੰਦਾਂ ਨੇ ਆ ਕੇ ਜਿਸ ਤਰ੍ਹਾਂ ਦੱਸਿਆ ਹੈ, ਮਾਤਾ ਜੀ ਕਹਿੰਦੇ ਹਨ ਤੁਸੀਂ ਉਹ ਸਤਿਗੁਰਾਂ ਦੀਆਂ ਨਿਸ਼ਾਨੀਆਂ ਮਾਲਾ ਆਦਿਕ ਤਖਤ ਤੇ ਨਹੀਂ ਪਾਈਆਂ। ਰੇਤ ਬੜਨ ਕੀ ਕਿਉਂ ਕਰ ਪੇਲੀ। ਤੁਸੀਂ ਵੱਡਿਆਂ ਦੀ ਰੀਤੀ ਤੁਸੀਂ ਜਿਸ ਤਰ੍ਹਾਂ ਮਾਤਾ ਜੀ ਕਹਿੰਦੇ ਹਨ ਪੁੱਤਰ ਜੀ ਕਿਉਂ ਨਹੀਂ ਮੰਨੀ। ਚੰਦੂ ਪਾਤ ਕੀ ਅਦਕ ਵਿਰੋਧੀ। ਹੁਣ ਮਾਤਾ ਜੀ ਉਹਨਾਂ ਮਸੰਦਾਂ ਦੇ ਜੋ ਸਹਿਮ ਦੇ ਸਹਿਤ ਬਚਨ ਹਨ ਉਹ ਕਹਿਣ ਲੱਗੇ ਹਨ। ਮਾਤਾ ਜੀ ਕਹਿੰਦੇ ਹਨ ਪੁੱਤਰ ਜੀ ਜਿਹੜਾ ਚੰਦੂ ਪਾਪੀ ਹੈ, ਕੁਟਲ ਕੁਚਾਲੀ ਕਲਹਿ ਕਰੋਦੀ। ਗੁਰੂ ਘਰ ਦਾ ਵਿਰੋਧੀ ਹੈ, ਕੁਟਲ ਹੈ, ਕੁਚਾਲੀ ਉਹਦੀ ਚਾਲ ਕੋਈ ਠੀਕ ਨਹੀਂ।
ਕਲਹੀ ਸਦਾ ਹੀ ਝਗੜਾ ਚਾਹੁੰਦਾ ਹੈ ਤੇ ਬੜਾ ਕਰੋਧੀ ਪਾਪੀ ਜੋ ਚੰਦੂ ਹੈ। ਤਿਸ ਹਤ ਬੇਪ੍ਰਣ ਕੀਨ ਸੁਨਾਵਣ ਆਪ ਜੀਆਂ ਨੇ ਉਹਨੂੰ ਮਾਰਨ ਦਾ ਪ੍ਰਣ ਕੀਤਾ ਹੈ। ਸਰਬੱਤ ਸੰਗਤਾਂ ਦੇ ਵਿੱਚ ਸਕਲ ਜਗਤ ਕੀ ਨਸ ਬਿਦਤਾਵਣ ਇਹ ਸਰਬੱਤ ਜਗਤ ਵਿੱਚ ਬਿਦਤ ਹੋ ਗਿਆ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ 6ਵਾਂ ਰੂਪ ਜਿਹੜੀ ਫਕੀਰਾਂ ਦੀ ਗੱਦੀ ਹੈ ਉਸ ਤੇ ਛਠਮ ਪੀਰ ਬੈਠਾ ਗੁਰ ਭਾਰੀ ਵੀਰ ਰਸ ਦੇ ਪਿਆਲੇ ਪੀ ਕੇ ਧਰਮਵੀਰ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਚੰਦੂ ਪਾਪੀ ਦੇ ਨੱਕ ਵਿੱਚ ਨਕੇਲ ਪਾਉਣ ਦੀ ਪ੍ਰਤੱਗਿਆ ਕੀਤੀ ਹੈ। ਤੁਰਕ ਤੇਜ ਅਬ ਤਪੈ ਮਹਾਨ ਮਾਤਾ ਜੀ ਕਹਿੰਦੇ ਹਨ ਪੁੱਤਰ ਜੀ ਤੁਰਕਾਂ ਦਾ ਤੇਜ ਪ੍ਰਤਾਪ ਭਾਰੀ ਵੀਰ ਰਸ ਦੇ ਸਹਿਤ ਜਿਸ ਤਰ੍ਹਾਂ ਮਾਤਾ ਜੀ ਕਹਿ ਰਹੇ ਹਨ ਆਕਾਸ਼ ਵਿੱਚ ਸੂਰਜ ਤਪਦਾ ਹੈ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਉਹ ਪਾਪੀ ਪਾਪ ਕਮਾ ਰਹੇ ਹਨ। ਮਹਾਬਲੀ ਲਖ ਬਣਿਓ ਦੀਵਾਨ ਜਿਹੜਾ ਦੀਵਾਨ ਹੈ ਉਹ ਮਹਾਨ ਬਲੀ ਹੈ ਉਹਦੇ ਪਾਸ ਬਹੁਤ ਸੈਨਾ ਹੈ। ਇਸ ਤਰ੍ਹਾਂ ਮਾਤਾ ਜੀ ਇਹਨਾਂ ਮਸੰਦਾਂ ਦੀ ਭਾਸ਼ਾ ਬੋਲਦੇ ਹਨ। ਮੁਸ਼ਕਲ ਮਹਾ ਹਤਨ ਸੋ ਪਾਪੀ ਉਸ ਪਾਪੀ ਨੂੰ ਮਾਰਨਾ ਪੁੱਤਰ ਜੀ ਕੋਈ ਸੌਖੀ ਗੱਲ ਨਹੀਂ ਹੈ। ਇਸ ਸਮੇਂ ਦਾ ਸਾਧ ਸੰਗਤ ਜੀ ਜੇ ਦੇਖਿਆ ਜਾਵੇ ਪੀਐਮ ਜਿੰਨੀ ਉਸ ਚੰਦੂ ਪਾਪੀ ਦੀ ਜਿਸ ਤਰ੍ਹਾਂ ਸਾਧ ਸੰਗਤ ਜੀ ਉਸ ਜਹਾਂਗੀਰ ਦਾ ਦੀਵਾਨ ਹੈ ਜਿਹੜਾ ਜਹਾਂਗੀਰ ਸਾਧ ਸੰਗਤ ਜੀ ਹੁਕਮ ਕਰ ਦਵੇ ਉਹੀ ਕਾਨੂੰਨ ਹੁੰਦਾ ਹੈ। ਮਾਤਾ ਜੀ ਕਹਿੰਦੇ ਹਨ ਉਸ ਪਾਪੀ ਨੂੰ ਮਾਰਨਾ ਪੁੱਤਰ ਜੀ ਕੋਈ ਸੌਖੀ ਬਾਤ ਨਹੀਂ ਹੈ। ਕਰੀ ਸ਼ਿਗਰਤਾ ਪ੍ਰਣ ਮਹਿ ਆਪੀ ਆਪ ਜੀਆਂ ਨੇ ਬੜੀ ਸ਼ੀਘਰਤਾ ਦੇ ਨਾਲ ਤੇਜ਼ੀ ਦੇ ਨਾਲ ਇਹ ਪ੍ਰਣ ਕੀਤਾ ਹੈ। ਮੁਖ ਤੇ ਕਹਿਹੂ ਸ਼ਸਤਰ ਹਮ ਤਾਰੈ ਤੇ ਮੁਖੋਂ ਕਹਿ ਦਿੱਤਾ ਹੈ ਆਪ ਜੀਆਂ ਨੇ ਅਸੀਂ ਹੁਣ ਤਖਤ ਤੇ ਮਾਲਾ ਪਕੜ ਕੇ ਨਹੀਂ ਸ਼ਸਤਰ ਧਾਰਨ ਕਰਕੇ ਬੈਠਾਂਗੇ। ਗੁਰੂ ਪਿਤਾ ਕੋ ਬੈਰ ਸੰਭਾਰੈ ਤੇ ਗੁਰੂ ਪਿਤਾ ਦਾ ਵਹਿਰ ਸੰਭਾਰਾਂਗੇ ਭਾਵ ਜਿਨ੍ਹਾਂ ਨੇ ਵੀ ਹਜੂਰ ਵੱਲ ਮਾੜੀ ਅੱਖ ਕੱਢ ਕੇ ਦੇਖਿਆ ਹੈ ਉਹਨਾਂ ਦੀਆਂ ਅੱਖਾਂ ਕੱਢ ਲਵਾਂਗੇ। ਆਪਣੇ ਘਰ ਮਹਿ ਸੁਬਟ ਨ ਏਕ ਮਾਤਾ ਜੀ ਕਹਿੰਦੀ ਹੈ ਪੁੱਤਰ ਜੀ ਆਪਣੇ ਘਰ ਦੇ ਵਿੱਚ ਤਾਂ ਇੱਕ ਵੀ ਸਿਪਾਹੀ ਨਹੀਂ ਹੈਗਾ। ਕਿਮਰਨ ਮੇ ਕਹਿਬੇ ਤਰੂ ਵਿਵੇਕ ਕਿਸ ਤਰ੍ਹਾਂ ਰਣ ਭੂਮੀ ਵਿੱਚ ਜਾ ਕੇ ਇਹਨਾਂ ਵੈਰੀਆਂ ਦਾ ਨਾਸ਼ ਕਰੋਗੇ। ਸੁਣ ਗੰਗਾ ਤੇ ਸਤਿਗੁਰ ਬੋਲੇ ਧਰਮਵੀਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤ ਗੰਗਾ ਜੀਆਂ ਦੇ ਬਚਨ ਜਿਸ ਤਰ੍ਹਾਂ ਸ਼ਰਵਣ ਵਿੱਚ ਪਏ ਹਨ ਸਤਿਗੁਰਾਂ ਦੇ ਹਜੂਰ ਮੁਖ ਤੋਂ ਬਚਨ ਕਹਿਣ ਲੱਗੇ ਹਨ। ਹਤੋ ਪਾਤ ਕੀ ਪ੍ਰਣ ਨਹਿ ਡੋਲੇ ਮਾਤਾ ਜੀ ਕਹਿੰਦੇ ਹਨ ਮਾਤਾ ਪਿਤਾ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਮਾਤਾ ਜੀ ਉਸ ਪਾਪੀ ਨੂੰ ਮੈਂ ਹਤਾਂਗਾ ਮਾਰਾਂਗਾ ਤੇ ਕੀਤਾ ਹੋਇਆ ਪ੍ਰਣ ਕਦੇ ਵਾਸਤੇ ਨਹੀਂ ਡੋਲੇਗਾ। ਜਿਸ ਨਰ ਪਿਤ ਕੋ ਬੈਰ ਨ ਲਿਓ ਜਿਹੜੇ ਮਨੁੱਖ ਨੇ ਆਪਣੇ ਪਿਤਾ ਦਾ ਭਾਵ ਬਦਲਾ ਨਾ ਲਿਆ ਹੋਵੇ ਕਿਉ ਜਨਮਿਓ ਜਗ ਕਾਇਰ ਹਿਓ ਉਹ ਕਿਉਂ ਸੰਸਾਰ ਦੇ ਵਿੱਚ ਜਨਮਿਆ ਹੈ ਉਹਨੂੰ ਤਾਂ ਸੰਸਾਰ ਕਾਇਰ ਕਹਿੰਦਾ ਹੈ ਭਾਵ ਨਹੀਂ ਸੀ ਉਹਦਾ ਜਨਮ ਹੋਣਾ ਚਾਹੀਦਾ ਜਿਨੇ ਆਪਣੇ ਪਿਤਾ ਦਾ ਬਦਲਾ ਹੀ ਨਾ ਲਿਆ ਹੋਵੇ। ਅੱਜ ਸਾਧ ਸੰਗਤ ਜੀ ਆਪਾਂ ਅਕਾਲ ਤਖਤ ਸਿਰਜਣਾ ਦਿਵਸ ਮਨਾ ਰਹੇ ਹਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਪਿਤਾ ਸਤਿਗੁਰੂ ਜੀ ਹਨ। 84 ਦੇ ਵਿੱਚ ਵੀ ਸਾਧ ਸੰਗਤ ਜੀ ਹਜੂਰ ਦਾ ਸਰੂਪ ਕਈ ਜ਼ਖਮੀ ਹੋਏ ਸੀ ਇਤਿਆਦਿਕ ਇਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਹਨ। ਸਾਨੂੰ ਅਕਾਲ ਤਖਤ ਸਾਹਿਬ ਦੇ ਅਧੀਨ ਹੋ ਕੇ ਚੱਲਣਾ ਚਾਹੀਦਾ ਹੈ। ਜੇ ਅੱਜ ਦੇਖਿਆ ਜਾਵੇ ਜਿਹੜਾ ਤਾਂ ਅਕਾਲ ਤਖਤ ਸਾਹਿਬ ਤੋਂ ਕਹਿ ਦਈਏ ਸਿੱਖ ਹੈ ਉਹਨੂੰ ਤਾਂ ਅੱਤਵਾਦੀ ਕਿਹਾ ਜਾਂਦਾ ਹੈ। ਜਿਹੜਾ ਦਿੱਲੀ ਦਾ ਤਖਤ ਕਵੇ ਸਿੱਖ ਹੈ ਉਹ ਸਿੱਖ ਬਣ ਜਾਂਦਾ ਹੈ। ਪਰ ਸਾਧ ਸੰਗਤ ਜੀ ਹਜੂਰ ਦੇ ਬਚਨ ਹਨ ਸਾਨੂੰ ਸਦਾ ਯਾਦ ਰੱਖਣੇ ਚਾਹੀਦੇ ਹਨ। ਜਿਨ੍ਹਾਂ ਆਪਣੇ ਪਿਤਾ ਦਾ ਬਦਲਾ ਨਹੀਂ ਲਿਆ ਭਾਵ ਹਜੂਰ ਕਹਿੰਦੇ ਹਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਗਤ ਦੇ ਪਿਤਾ ਹਨ। ਕਿਉਂ ਫਿਰ ਸੰਸਾਰ ਵਿੱਚ ਆਉਣਾ ਚਾਹੀਦਾ ਸੀ ਨਹੀਂ ਸੀ ਆਉਣਾ ਚਾਹੀਦਾ ਐਸੇ ਕਾਇਰਾਂ ਨੂੰ ਜਨਮ ਲੈ ਕੇ। ਆਯੁਧ ਤਰੂ ਚਮੂ ਵੱਡ ਕਰੂੰ ਮਾਤਾ ਜੀ ਅਸੀਂ ਸ਼ਸਤਰ ਧਾਰਨ ਕਰਾਂਗੇ ਤੇ ਵੱਡੀ ਸਿੱਖਾਂ ਦੀ ਫੌਜ ਤਿਆਰ ਕਰਾਂਗੇ। ਰਿਪਸਣ ਲਰੂ ਪ੍ਰਾਨ ਤਿਨ ਹਰੂ ਰਿਪਾਂ ਭਾਵ ਇਹਨਾਂ ਪਾਪੀਆਂ ਦੇ ਨਾਲ ਯੁੱਧ ਮਚਾਵਾਂਗੇ
ਉਹਨਾਂ ਦੇ ਪ੍ਰਾਣ ਕੱਢ ਲਵਾਂਗੇ। ਸ੍ਰੀ ਨਾਨਕ ਨਿਤ ਬਣਹਿ ਸਹਾਈ। ਇਹ ਮਾਤਾ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਹਾਇਤਾ ਕਰਨਗੇ, ਸੀਸ ਤੇ ਹਜੂਰ ਦਾ ਹੱਥ ਹੋਵੇਗਾ। ਅਤੁ ਤੁਰਕ ਰਨ ਮਹਿ ਸਮੁਦਾਈ। ਸਾਰੇ ਤੁਰਕਾਂ ਦਾ ਇੱਕ ਵਾਰ ਚ ਹੀ ਰਣ ਭੂਮੀ ਵਿੱਚ ਨਾਸ਼ ਕਰ ਦਵਾਂਗਾ। ਹੁਣ ਪਿਤ ਸਤਿਗੁਰ ਆਇਸ ਕਹੀ। ਇਸੇ ਤਰ੍ਹਾਂ ਮਾਤਾ ਜੀ ਸਾਨੂੰ ਪਿਤਾ ਜੀਆਂ ਨੇ ਆਗਿਆ ਦਿੱਤੀ ਹੈ। ਪਲਟਾ ਲਿਓ ਤਜੋ ਰਿਪ ਨਹੀਂ। ਮਾਤਾ ਜੀ ਪਿਤਾ ਜੀਆਂ ਨੇ ਕਿਹਾ ਸੀ ਇਹਨਾਂ ਪਾਪੀਆਂ ਦਾ ਨਾਸ਼ ਕਰਨਾ ਹੈ, ਇਹਨਾਂ ਪਾਪੀਆਂ ਦੀਆਂ ਜੜ੍ਹਾਂ ਪੱਟ ਦੇਣੀਆਂ ਨੇ। ਸੇਲੀ ਮੇਲਣ ਕੋ ਨਹਿ ਕਾਲਾ। ਮਾਤਾ ਜੀ ਇਹ ਮਾਲਾ ਪਕੜਨ ਦਾ ਸਮਾਂ ਨਹੀਂ ਹੈ ਹੁਣ। ਮੈਂ ਕਰਹੂੰ ਸੰਗਰਾਮ ਵਿਸਾਲਾ। ਭਾਰੀ ਸੰਗਰਾਮ ਵਿਸਾਲ ਜੰਗ ਯੁੱਧ ਮਚਾਵਾਂਗੇ, ਸ਼ਸਤਰ ਧਾਰਨ ਕਰਕੇ ਤਖਤ ਤੇ ਬੈਠਾਂਗੇ। ਨਹਿ ਚਿੰਤਾ ਚਿਤ ਕੀ ਜਹ ਮਾਈ। ਮਾਤਾ ਜੀ ਮਨ ਦੇ ਵਿੱਚ ਤੁਸੀਂ ਚਿੰਤਾ ਨਾ ਕਰੋ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਹਾਇਤਾ ਕਰਨਗੇ। ਹਮਰੇ ਪੁਰਖ ਅਕਾਲ ਸਹਾਈ। ਸਾਡੇ ਪੁਰਖ ਅਕਾਲ ਪੁਰਖ ਵਾਹਿਗੁਰੂ ਹਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਸੀਸ ਤੇ ਹੱਥ ਹੈ। ਹਿਰਦੈ ਅਲਪ ਜੇ ਅਹੈ ਮਸੰਦ। ਜੇ ਮਸੰਦ ਛੋਟੇ ਹਿਰਦੇ ਵਾਲੇ ਸਤਿਗੁਰ ਜੀ ਤਾਂ ਅੰਤਰਜਾਮੀ ਹਨ। ਮਾਤਾ ਜੀਆਂ ਨੂੰ ਕਿਹਨੇ ਆ ਕੇ ਆਖਿਆ ਹੈ? ਹਜੂਰ ਕਹਿੰਦੇ ਹਨ ਇਹ ਛੋਟੇ ਹਿਰਦੇ ਵਾਲੇ ਮਸੰਦ, ਇਹਨਾਂ ਦੇ ਦਿਲ ਬਹੁਤ ਛੋਟੇ ਹਨ। ਸੁਣ ਰਣ ਕੋ ਡਰ ਤਰੈ ਬਿਲੰਦ। ਰਣ ਭੂਮੀ ਜੰਗ ਸੁਣ ਕੇ ਇਹਨਾਂ ਦੇ ਮਨ ਵਿੱਚ ਸਹਿਮ ਪੈ ਗਿਆ ਹੈ, ਡਰਦੇ ਹਨ ਇਹ। ਮੈਂ ਪਰਵਤ ਕੋ ਗਰਦ ਮਿਲਾਵੂੰ। ਮਹਾਰਾਜ ਜੀ ਕਹਿੰਦੇ ਹਨ ਪਰਬਤ ਨੂੰ ਗਰਦ ਵਿੱਚ ਮਿਲਾ ਦਵਾਂਗੇ। ਜੇ ਕੋਈ ਪਹਾੜ ਵੀ ਟਕਰੇਗਾ ਉਹਨੂੰ ਧੂੜ ਦੀ ਵਾਂਗੂ ਕਾਸ਼ ਵਿੱਚ ਉਡਾ ਦਵਾਂਗੇ। ਰਜ ਕੰਨ ਕੋ ਸਮ ਮੇਰ ਬਣਾਵੂੰ। ਤੇ ਨਿੱਕੀ ਜੀ ਧੂੜ ਨੂੰ ਸਮੇਰ ਪਰਬਤ ਜੋ ਸਭ ਤੋਂ ਵੱਡਾ ਪਰਬਤ ਹੈ, ਇਹ ਸਾਧ ਸੰਗਤ ਜੀ ਖਾਲਸਾ ਪੰਥ ਜੋ ਹਜੂਰ ਨੇ ਜਿਸ ਦੀ ਰਚਨਾ ਕੀਤੀ ਹੈ ਮਹਾਰਾਜ ਜੀਆਂ ਨੇ, ਇਹ ਸਾਧ ਸੰਗਤ ਜੀ ਕਹਿੰਦੇ ਸਨ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਨਾ ਕਬਹੂ ਪਕੜੀ। ਚਿੜੀ ਉੱਡੈ ਡਰ ਸੇ ਮਰ ਜਾਊਂ, ਦੁਸ਼ਮਣ ਸੇ ਕੈਸੇ ਲੜ ਪਾਊਂ। ਇਹਨਾਂ ਦੀ ਐਸੀ ਹਾਲਤ ਸੀ ਪੰਜਾਬ ਦੇ ਲੋਕਾਂ ਦੀ। ਕਹਿੰਦੇ ਹਨ ਚਿੜੀ ਉੱਡਦੀ ਹੈ, ਡਰ ਨਾਲ ਮਰ ਜਾਂਦੇ ਹਾਂ। ਐਸਾ ਮਨ ਵਿੱਚ ਸਹਿਮ ਸੀ। ਇਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਖਾਲਸਾ ਪੰਥ ਦੇ ਬਾਬਤ ਬਚਨ ਕਹਿ ਰਹੇ ਹਨ। ਮਾਤਾ ਜੀ ਜਿਹੜੀ ਇਹ ਧੂੜ ਦੀ ਨਿਆਈ ਅੱਜ ਉੱਡਦੇ ਫਿਰਦੇ ਹਨ, ਐਸਾ ਇਹਨਾਂ ਨੂੰ ਬਣਾਵਾਂਗੇ ਸਮੇਰ ਪਰਬਤ ਦੀ ਨਿਆਈ। ਜਿਸ ਤਰ੍ਹਾਂ ਸਮੇਰ ਪਰਬਤ ਅਚਲ ਹੈ, ਉਹਦੇ ਨਾਲ ਆ ਕੇ ਕੋਈ ਖਾਂਦਾ ਹੈ ਪਿੱਛੇ ਮੁੜ ਜਾਂਦਾ ਹੈ, ਐਸਾ ਖਾਲਸਾ 1.25 ਲੱਖ ਤੇ ਭਾਰੀ ਪਵੇਗਾ ਕੱਲਾ ਕੱਲਾ ਸੂਰਮਾ। ਸੰਤ ਬਣੇ ਪ੍ਰਤਾਪ ਨਾ ਜਾਣੈ। ਇਹ ਸੰਤ ਬਣੇ ਦਾ ਪ੍ਰਤਾਪ ਨਹੀਂ ਜਾਣਦੇ। ਜੇ ਕੋਈ ਮਾਲਾ ਪਕੜ ਕੇ ਬੈਠਦਾ ਹੈ ਪਾਪੀ ਉਸ ਤੇ ਤਸ਼ੱਦਦ ਕਰਦੇ ਹਨ। ਹਤੋ ਸ਼ਤਰੂ ਮੈਂ ਬਨ ਸਵਦਾਨੈ। ਮੈਂ ਹੁਣ ਇਹਨਾਂ ਸ਼ਤਰੂਆਂ ਦਾ ਸਾਵਧਾਨ ਹੋ ਕੇ ਇਹਨਾਂ ਦਾ ਨਾਸ਼ ਕਰ ਦਵਾਂਗਾ। ਜਬ ਲਗ ਚੰਦੂ ਦੁਸ਼ਟ ਨਾ ਮਾਰੂ। ਜਿਸ ਸਮੇਂ ਤਿਕਰ ਮਾਤਾ ਜੀ ਇਸ ਚੰਦੂ ਪਾਪੀ ਦਾ ਨਾਸ਼ ਨਹੀਂ ਕਰ ਦਿੰਦਾ, ਤਬ ਲਗ ਹਿਰਦੈ ਨਾ ਸ਼ਾਂਤੀ ਤਾਰੂ। ਉਸ ਸਮੇਂ ਸਾਡੇ ਹਿਰਦੇ ਦੇ ਵਿੱਚ ਮਾਤਾ ਜੀ ਸ਼ਾਂਤੀ ਨਹੀਂ ਹੈ। ਸੁਣ ਬਲ ਜੁਗਤ ਪੁੱਤਰ ਕੈ ਬੈਨ। ਐਸੇ ਬਲ ਦੇ ਸਹਿਤ ਜਿਸ ਸਮੇਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਮਾਤਾ ਜੀਆਂ ਨੇ ਬੈਣ ਸ਼ਬਦ ਸਰਵਣ ਕੀਤੇ ਹਨ। ਗੰਗਾ ਤਰੀ ਹਿਰਦੈ ਤਬ ਚੈਨ। ਮਾਤਾ ਜੀਆਂ ਦੇ ਹਿਰਦੇ ਨੂੰ ਚੈਨ ਆ ਗਿਆ ਹੈ। ਮਾਤਾ ਜੀ ਜਾਣਦੇ ਹਨ ਕਿਉਂਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਹਨ। ਜਿਸ ਸਮੇਂ ਮਾਤਾ ਜੀਆਂ ਨੇ ਕਿਹਾ ਸੀ ਹਜੂਰ ਸਾਨੂੰ ਕਿੰਦੇ ਆਸਰੇ ਛੱਡ ਚੱਲੇ ਹੋ, ਪੁੱਤਰ ਵੀ ਹਜੇ ਛੋਟਾ ਹੈ। ਹਜੂਰ ਨੇ ਬਚਨ ਕਹੇ ਸੀ ਮਾਤਾ ਗੰਗਾ ਜੀਆਂ ਨੂੰ, ਗੰਗਾ ਜਿਸ ਪੁੱਤਰ ਨੂੰ ਤੁਸੀਂ ਛੋਟਾ ਸਮਝਦੇ ਹੋ, ਇਹ ਆਉਣ ਵਾਲੇ ਸਮੇਂ ਵਿੱਚ ਐਸਾ ਸੂਰਮਾ ਹੋਵੇਗਾ। ਵੱਡੇ ਵੱਡੇ ਸੈਨਾਪਤੀਆਂ ਦੀਆਂ ਕਿਰਪਾਨਾਂ ਉਹਨਾਂ ਦੀਆਂ ਮਿਆਨਾਂ ਵਿੱਚ ਹੀ ਰਹਿ ਜਾਇਆ ਕਰਨਗੀਆਂ। ਕਿਸੇ ਦਾ ਹੀਆ ਨਹੀਂ ਪਵੇਗਾ ਇਹਨਾਂ ਅੱਗੇ ਖੜਨ ਦਾ। ਮਾਤਾ ਜੀ ਉਹ ਵੀ ਬਚਨ ਯਾਦ ਕਰਦੇ ਹਨ ਤੇ ਹਜੂਰ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਜੋਤ ਜਾਣ ਕੇ ਮਾਤਾ ਜੀਆਂ ਦੇ ਹਿਰਦੇ ਵਿੱਚ ਧੀਰਜ ਆਇਆ ਹੈ। ਇਨਕੋ ਕਿਆ ਸਮਝਾਵਣ ਬਣੈ। ਮਾਤਾ ਜੀ ਕਹਿੰਦੇ ਹਨ ਐਸੇ ਸਤਿਗੁਰਾਂ ਨੂੰ ਕੀ ਸਮਝਾਉਣਾ ਬਣਦਾ ਹੈ ਜਿਹੜੇ ਸਤਿਗੁਰ ਜੀ ਸਭ ਸਮਝ ਦੇ ਮਾਲਕ ਹਨ। ਭੂਤ ਭਵਿਖਿਅਤ ਜੇ ਲਖਮਣੈ। ਸਤਿਗੁਰਾਂ ਨੂੰ ਤਾਂ ਭੂਤ ਕੀ ਭਵਿੱਖ ਕੀ ਆਉਣ ਵਾਲਾ ਸਮਾਂ ਕੀ
ਸਭ ਹਜੂਰ ਨੂੰ ਹਸਤਾਮਲ ਵਥ ਹੀ ਗਿਆਨ ਹੈ। ਖਾਨ ਪਾਨ ਕਰ ਪੁਨ ਸੁਪਤਾਏ ਫਿਰ ਸਾਧ ਸੰਗਤ ਜੀ ਘਰ ਦੇ ਵਿੱਚ ਹਜੂਰ ਖਾਣ ਪਾਣ ਕਰਕੇ ਸਤਿਗੁਰ ਜੀ ਨਿਜ ਸਰੂਪ ਵਿੱਚ ਲੀਨ ਹੋਏ ਹਨ। ਉਠ ਪਰਾਤੀ ਜਲ ਬਿਮਲ ਨਹਾਏ ਹਜੂਰ ਨੇ ਅੰਮ੍ਰਿਤ ਵੇਲਾ ਜਿਸ ਤਰ੍ਹਾਂ ਹੋਇਆ ਹੈ, ਇਸ਼ਨਾਨ ਸਤਿਗੁਰਾਂ ਨੇ ਸੋਧਿਆ ਹੈ ਨਿਰਮਲ ਜਲ ਦੇ ਨਾਲ। ਬ੍ਰਿਧ ਕੇ ਸੰਮਤ ਸਤਿਗੁਰ ਹੋਏ ਧੰਨ ਬਾਬਾ ਬੁੱਢਾ ਸਾਹਿਬ ਜੀ ਆਦਿਕ ਗੁਰਸਿੱਖਾਂ ਦੇ ਨਾਲ ਰਲ ਕੇ ਆਏ ਸੁਦਾਸਰ ਦਿਸ਼ ਸਭ ਕੋਏ ਸਰਬੱਤ ਸੰਗਤਾਂ ਸੁਦਾਸਰ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਦਿਸ਼ਾ ਨੂੰ ਸਰਬੱਤ ਸੰਗਤਾਂ ਸਤਿਗੁਰਾਂ ਦੇ ਨਾਲ ਆ ਰਹੀਆਂ ਹਨ। ਸ੍ਰੀ ਹਰਿਮੰਦਰ ਬੰਧਨ ਕਰੇ ਧੰਨ ਸ੍ਰੀ ਹਰਿਮੰਦਰ ਸਾਹਿਬ ਜੀਆਂ ਨੂੰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਨਮਸਕਾਰ ਬੰਦਨਾ ਕੀਤੀ ਹੈ। ਚਾਤੁਰ ਪ੍ਰਦਰਸ਼ਨ ਕੇ ਹਿਤ ਫਿਰੇ ਚਾਰ ਪ੍ਰਕਰਮਾਂ ਸਤਿਗੁਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਕੀਤੀਆਂ ਹਨ। ਬਹੁਰੋ ਆਏ ਦਰਸ਼ਨੀ ਪੌਰ ਫਿਰ ਸਾਧ ਸੰਗਤ ਜੀ ਸਤਿਗੁਰ ਜੀ ਦਰਸ਼ਨੀ ਪੌੜ ਜੋ ਦਰਸ਼ਨੀ ਡਿਉਢੀ ਹੈ ਉਸ ਜਗ੍ਹਾ ਤੇ ਸਤਿਗੁਰ ਜੀ ਆਪ ਬਰਾਜੇ ਹਨ। ਭਿਖ ਅਕਾਲ ਬੁੰਗੇ ਕੀ ਠਾਰ ਜਿੱਥੇ ਅਕਾਲ ਬੁੰਗਾ ਇਹ ਸਾਧ ਸੰਗਤ ਜੀ ਅਕਾਲ ਤਖਤ ਸਾਹਿਬ ਜੀਆਂ ਦਾ ਪੁਰਾਤਨ ਨਾਮ ਅਕਾਲ ਬੁੰਗਾ ਵੀ ਕਿਹਾ ਜਾਂਦਾ ਹੈ। ਇਸੇ ਸਥਾਨ ਤੇ ਸਾਧ ਸੰਗਤ ਜੀ ਜਿਸ ਸਮੇਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਲਾਹੌਰ ਨੂੰ ਜਾਣਾ ਸੀ, ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਭਾਈ ਗੁਰਦਾਸ ਜੀ 94 ਗੁਰਸਿੱਖਾਂ ਨੂੰ ਨਾਲ ਲੈ ਕੇ ਸਤਿਗੁਰਾਂ ਨੇ ਸਾਧ ਸੰਗਤ ਜੀ ਹਜੂਰ ਨੂੰ ਗੁਰਤਾ ਗੱਦੀ ਬਖਸ਼ੀ ਸੀ। ਇਸੇ ਕਰਕੇ ਹਜੂਰ ਦੀ ਸ਼ਹਾਦਤ ਤੋਂ ਪਹਿਲਾਂ ਗੁਰਤਾ ਗੱਦੀ ਦਿਵਸ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਗੁਰਸਿੱਖ ਸੰਗਤਾਂ ਮਨਾਉਂਦੀਆਂ ਹਨ। ਫਿਰ ਹਜੂਰ ਦੀ ਸ਼ਹਾਦਤ ਦਾ ਦਿਵਸ ਸ਼ਹੀਦੀ ਦਿਹਾੜਾ ਸਤਿਗੁਰਾਂ ਦਾ ਆਉਂਦਾ ਹੈ। ਫਿਰ ਆ 2 ਤਰੀਕ ਨੂੰ ਸਾਧ ਸੰਗਤ ਜੀ ਅਕਾਲ ਤਖਤ ਸਿਰਜਣਾ ਦਿਵਸ ਜੋ ਆਪਾਂ ਇਤਿਹਾਸ ਸ਼ਰਵਣ ਕਰ ਰਹੇ ਹਾਂ, ਇੱਥੇ ਸਤਿਗੁਰਾਂ ਨੇ ਅਕਾਲ ਤਖਤ ਸਾਹਿਬ ਜੀਆਂ ਦੀ ਸਿਰਜਣਾ ਕਰਨੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਫਿਰ ਮੀਰੀ ਪੀਰੀ ਦਿਵਸ ਜਿਹੜੇ ਇਸ ਸਥਾਨ ਤੇ ਵੀ 31 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਸਤਿਗੁਰਾਂ ਨੇ ਸੰਸਾਰ ਦੇ ਵਿੱਚ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਭਾਗ ਲਾਉਣੇ ਹਨ। ਉਹ ਆ ਰਹੇ ਹਨ ਮੀਰੀ ਪੀਰੀ ਦੇ ਦਿਵਸ ਜਦੋਂ ਤਖਤ ਦੀ ਰਚਨਾ ਹੁੰਦੀ ਹੈ। ਸਤਿਗੁਰ ਜੀ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਧਾਰਨ ਕਰਕੇ ਤਖਤ ਤੇ ਬੈਠਦੇ ਹਨ। ਉਹ ਸਾਧ ਸੰਗਤ ਜੀ ਉਹ ਸਥਾਨ ਹੈ ਕਾਲ ਤਖਤ ਸਾਹਿਬ ਵਾਲਾ, ਜਿੱਥੇ ਜਦੋਂ ਸੋਵਰ ਦੀ ਕਾਰ ਕਰਾ ਰਹੇ ਸੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਜੋ ਵੀ ਸਾਧ ਸੰਗਤ ਜੀ ਸਰੋਵਰ ਦੇ ਵਿੱਚੋਂ ਕਹਿੰਦੇ ਹਨ ਜੋ ਵੀ ਸਰੋਵਰ ਪੱਟਿਆ ਸੀ ਉਹ ਜੋ ਵੀ ਵਿੱਚੋਂ ਨਿਕਲਿਆ ਸੀ ਉਸ ਸਥਾਨ ਤੇ ਫਿਰ ਇੱਕ ਛੋਟਾ ਜਿਹਾ ਥੜਾ ਬਣਾਇਆ ਗਿਆ ਸੀ ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਿਰਾਜਦੇ ਸਨ। ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਰੂਪ ਇੱਕ ਨਿੱਕੀ ਜੀ ਕੋਠੀ ਸਤਿਗੁਰਾਂ ਨੇ ਬਣਾਈ ਸੀ। ਉੱਥੇ ਹਜੂਰ ਦਾ ਸਾਧ ਸੰਗਤ ਜੀ ਸੁਖਾਸਨ ਸਾਹਿਬ ਕੀਤਾ ਹੈ, ਜਿਹਨੂੰ ਸਾਧ ਸੰਗਤ ਜੀ ਆਪਾਂ ਕੋਠਾ ਸਾਹਿਬ ਕਹਿ ਕੇ ਯਾਦ ਕਰਦੇ ਹਾਂ। ਅੱਜ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਰੂਪ ਸਿੰਘ ਸਾਹਿਬ ਉਸ ਕੋਠਾ ਸਾਹਿਬ ਵਾਲੇ ਸਥਾਨ ਤੋਂ ਹੀ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇਣ ਵਾਸਤੇ ਮਹਾਰਾਜ ਜੀ ਹਰਿਮੰਦਰ ਸਾਹਿਬ ਨੂੰ ਚਾਲੇ ਪਾਉਂਦੇ ਹਨ। ਫਿਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੱਜ ਉਸ ਅਸਥਾਨ ਵੱਲ ਨੂੰ ਤੱਕ ਰਹੇ ਹਨ। ਆਏ ਸਦਈ ਸੁਥਲ ਸੁਧਰਾਵਹੁ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਆਗਿਆ ਦਿੱਤੀ ਹੈ ਆਏ ਸਦੀਨੀ ਸੁਥਲ, ਹਾਂਜੀ ਫਿਰ ਪੜ੍ਹ ਦਿੱਤਾ ਜਾਵੇ। ਆਏ ਸਦਈ ਸੁਥਲ ਸੁਧਰਾਵਹੁ ਮਹਾਰਾਜ ਜੀਆਂ ਨੇ ਆਖਿਆ ਹੈ ਇਸ ਸਥਾਨ ਨੂੰ ਪੱਧਰਾ ਕਰ ਦਿੱਤਾ ਜਾਵੇ। ਹਿਤ ਬੈਠਣ ਕੇ 4 ਬਣਾਵਹੁ ਇੱਥੇ ਬੈਠਣ ਵਾਸਤੇ ਇੱਕ ਤਖਤ ਬਣਾਇਆ ਜਾਵੇ। ਸਤਿਗੁਰਾਂ ਨੇ ਜਿਸ ਤਰ੍ਹਾਂ ਬਚਨ ਕਹੇ ਹਨ, ਪ੍ਰਥਮ ਆਪਨੇ ਲੇਕਰ ਹਾਥ ਪ੍ਰਥਮ ਸਤਿਗੁਰਾਂ ਨੇ ਆਪਣੇ ਕਰ ਕਮਲਾਂ ਵਿੱਚ ਨੀਂਹ ਰੱਖਣ ਵਾਸਤੇ ਇੱਟ ਲਈ ਹੈ। ਧਰੀ ਈਂਟ ਬਲ ਤੇਜ ਕੇ ਸਾਥ ਭਾਰੀ ਬਲ ਤੇ ਤੇਜ ਪ੍ਰਤਾਪ ਦੇ ਸਹਿਤ ਆਪ ਅਕਾਲ ਪੁਰਖ ਵਾਹਿਗੁਰੂ ਨੇ ਸਾਧ ਸੰਗਤ ਜੀ ਨੀਂਵ ਰੱਖੀ ਹੈ। ਕਹਿਓ ਕੁਸ਼ਕ ਉੱਚਾ ਥਲ ਕਰੋ ਮਹਾਰਾਜ ਜੀਆਂ ਨੇ ਕਿਹਾ ਹੈ ਇੱਥੇ ਉੱਚਾ ਥਲ ਕੀਤਾ ਜਾਵੇ।
ਭਾਵ ਤਖਤ ਬਣਾਇਆ ਜਾਵੇ। ਜਹ ਲਗ ਭੌਰ ਏਕ ਸਮਤਰ, ਜਿੱਥੋਂ ਤੱਕ ਦਰਵਾਜ਼ਾ ਹੈ ਐਡਾ ਉੱਚਾ ਤਖਤ ਸਜਾਇਆ ਜਾਵੇ। ਬਾਹੁਰ ਹੁਕਮ ਕੀ ਨਸ ਫਰਮਾਵਣ, ਫਿਰ ਸਤਿਗੁਰਾਂ ਜੀਆਂ ਨੇ ਹੁਕਮ ਕੀਤਾ ਹੈ। ਕਰੋ ਹੁਕਮਨਾਮੇ ਲਿਖਵਾਵਣ। ਸਤਿਗੁਰਾਂ ਨੇ ਸਾਧ ਸੰਗਤ ਜੀ ਹੁਕਮਨਾਮੇ ਸਾਹਿਬ ਸਰਬੱਤ ਸੰਗਤਾਂ ਵਿੱਚ ਭੇਜੇ ਹਨ ਕਿ ਅਸੀਂ ਇਸ ਤਖਤ ਤੇ ਬਿਰਾਜਾਂਗੇ, ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਧਾਰਨ ਕਰਾਂਗੇ। ਜਿਸ ਤਰ੍ਹਾਂ ਸਤਿਗੁਰਾਂ ਦੇ ਹੁਕਮਨਾਮੇ ਸਾਹਿਬ ਜਾਂਦੇ ਹਨ, ਇਸ ਸਥਾਨ ਤੇ ਸਾਧ ਸੰਗਤ ਜੀ ਕਈ ਫਿਰ ਹਮਲੇ ਹੋਏ ਹਨ ਕਾਲ ਤਖਤ ਸਾਹਿਬ ਤੇ, ਪਰ ਉਹ ਹਜੂਰ ਦੁਆਰਾ ਤਿਆਰ ਕੀਤਾ ਹੋਇਆ ਥੜਾ ਥੋੜੀ ਜਿੰਨੀ ਵੀ ਉਸ ਨੂੰ ਕਦੇ ਆਂਚ ਨਹੀਂ ਆਈ। ਅੱਜ ਵੀ ਦੇਖਿਆ ਜਾਵੇ ਉਹ ਬ੍ਰੇਕ ਇੱਟਾਂ ਦਾ ਥੜਾ ਉਹ ਸ਼ੀਸ਼ੇ ਵਿੱਚ ਜੜਿਆ ਸਾਨੂੰ ਜਿਸ ਤਰ੍ਹਾਂ ਦਰਸ਼ਨ ਹੁੰਦੇ ਹਨ। ਇਹ ਸਾਧ ਸੰਗਤ ਜੀ ਇੰਨਾ ਸੁੰਦਰ ਥੜਾ ਹੈ, ਕੇਵਲ ਸਤਿਗੁਰਾਂ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀਆਂ ਨੂੰ ਹੀ ਲਾਇਆ ਹੈ। ਬੁੱਢਾ ਔਰ ਗੁਰਦਾਸ ਬਣਾਇਓ, ਕੇਵਲ ਦੋ ਬ੍ਰਹਮ ਗਿਆਨੀ ਗੁਰਸਿੱਖਾਂ ਨੂੰ ਲਾਇਆ ਹੈ। ਬ੍ਰਹਮ ਗਿਆਨੀ ਜਿਸ ਤਰ੍ਹਾਂ ਬਚਨ ਆਉਂਦੇ ਹਨ, ਸਭ ਸ੍ਰਿਸ਼ਟ ਕਾ ਕਰਤਾ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਹੁੰਦੇ ਹਨ। ਇੰਨਾ ਸੁੰਦਰ ਥੜਾ ਰਚਿਆ ਹੈ। ਫਿਰ ਉਸ ਜਗ੍ਹਾ ਤੇ ਹਜੂਰ ਨੇ ਜਿਸ ਤਰ੍ਹਾਂ ਆਗਿਆ ਕੀਤੀ ਹੈ, ਇਸ ਤੋਂ ਅੱਗੇ ਆਪਾਂ ਆਉਣ ਵਾਲੇ ਪ੍ਰਸੰਗ ਵਿੱਚ ਜੇ ਸਤਿਗੁਰ ਜੀ ਨੇ ਕਿਰਪਾ ਕੀਤੀ ਸ਼ਰਵਣ ਕਰਾਂਗੇ। ਮੀਰੀ ਪੀਰੀ ਦੀਆਂ ਜਿਸ ਤਰ੍ਹਾਂ ਅੱਗੇ ਦਿਵਸ ਆ ਰਹੇ ਹਨ, ਸਤਿਗੁਰ ਜੀਆਂ ਨੇ ਜਿਸ ਤਰ੍ਹਾਂ ਹੁਕਮਨਾਮੇ ਸਾਹਿਬ ਜਾਰੀ ਕੀਤੇ ਹਨ, ਸਤਿਗੁਰ ਜੀ ਕਿਰਪਾ ਕਰਨ। ਇਹ ਸਾਧ ਸੰਗਤ ਜੀ ਕੇਵਲ ਇੱਟਾਂ ਦੀ ਬਣੀ ਹੋਈ ਇਮਾਰਤ ਨਹੀਂ ਹੈ। ਜਿਸ ਸਮੇਂ ਭਾਈ ਬੇਅੰਤ ਸਿੰਘ ਜੀ ਤੇ ਸਤਵੰਤ ਸਿੰਘ ਜੀਆਂ ਨੇ ਧੰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਕੀਤੇ, ਆਪਣੀ ਛਾਤੀ 'ਚ ਵੱਜੀਆਂ ਹੋਈਆਂ ਗੋਲੀਆਂ ਉਹਨਾਂ ਨੂੰ ਦਿਖੀਆਂ ਸੀ, ਕਾਲ ਤਖਤ ਸਾਹਿਬ ਤੇ ਵੱਜੀਆਂ ਹੋਈਆਂ। ਸਿੱਖਾਂ ਦਾ ਹਿਰਦਾ ਹੈ ਕਾਲ ਤਖਤ ਸਾਹਿਬ, ਸਿੱਖਾਂ ਦੀ ਹੋਂਦ ਦੀ ਨਿਸ਼ਾਨੀ ਹੈ। ਇਹ ਸਤਿਗੁਰਾਂ ਨੇ ਧਰਤੀ ਤੇ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਤਖਤ ਰਚ ਦਿੱਤਾ ਹੈ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਮਹਾਰਾਜ ਜੀ ਕਹਿੰਦੇ ਹਨ ਹਜੂਰ ਦੇ ਸਮਾਨ ਕੋਈ ਰਾਜਾ ਨਹੀਂ ਹੈ। ਸੰਸਾਰੀ ਰਾਜੇ ਇਹ ਸਭ ਝੂਠੇ ਹੀ ਵਾਅਦੇ ਕਰਦੇ ਹਨ ਜੋ ਕਰਦੇ ਹਨ। ਹਰੀ ਦੇ ਸਮਾਨ ਕੋਈ ਰਾਜਾ ਨਹੀਂ ਹੈ। ਹਜੂਰ ਸਾਧ ਸੰਗਤ ਜੀ ਕਿਰਪਾ ਕਰਨ, ਮਹਾਰਾਜ ਜੀਆਂ ਦੇ ਬਚਨ ਸਾਡੇ ਹਿਰਦੇ ਵਿੱਚ ਵਸਣ। ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਸਤਰ ਧਾਰ ਕੇ ਸਤਿਗੁਰ ਜੀ ਤਖਤ ਤੇ ਸੱਜੇ ਹੋਏ ਹਨ। ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ ਬਖਸ਼ ਦੇਣਾ, ਅਰਦਾਸ ਕਰਨੀ। ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ। ਅਗਲਾ ਪ੍ਰਸੰਗ ਜਿਸ ਤਰ੍ਹਾਂ ਸਤਿਗੁਰ ਜੀ ਹੁਕਮਨਾਮੇ ਸਾਹਿਬ ਜਾਰੀ ਕਰਦੇ ਹਨ, ਤਖਤ ਦੀ ਰਚਨਾ ਹੁੰਦੀ ਹੈ। ਮੀਰੀ ਪੀਰੀ ਦਿਵਸ ਜਿਸ ਤਰ੍ਹਾਂ ਅੱਗੇ ਆ ਰਿਹਾ ਹੈ, ਆਪਾਂ ਸ਼ਰਵਣ ਕਰਾਂਗੇ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਬਾਹੁਰ ਹੁਕਮ ਕੀ ਨਸ ਫਰਮਾਵਣ, ਕਰੂ ਹੁਕਮਨਾਮੇ ਲਿਖਵਾਵਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਸਿਰਜਣਾ ਦਾ ਪ੍ਰਸੰਗ ਹੈ, ਉਹ ਆਪ ਸੰਗਤਾਂ ਸਰਵਣ ਕਰ ਰਹੇ ਸੀ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਕਥਾ ਵਿਚਾਰ ਦੁਆਰਾ ਆਪ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਭਾਈ ਕਰਨਵੀਰ ਸਿੰਘ ਜੀ ਅਤੇ ਭਾਈ ਮਨਿੰਦਰ ਸਿੰਘ ਜੀ, ਗੁਰਮੁਖਾਂ ਪਿਆਰਿਆਂ ਦਾ ਬਹੁਤ ਧੰਨਵਾਦ ਹੈ।